श्री वाहिगुरु जी। सारग महला चौथा घर तीजा दुपदा। एक ओंकार सतगुर प्रसाद। काहे पूत झगरत हौ संग बाप। जिनके जने बड़ी रे तुम हो। तिन स्यों जागरत पाप। काहे पूत झगरत हौ संग बाप। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगी अटल शब्दा अवतार। दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़ मिल बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल हुए मनुआ सतगुर का दर्शन पाई जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु जी। सारग महला चौथा। चौथे पातशाह धन धन श्री गुरु रामदास साहिब जी महाराज सारंग राग दे विच यह पवित्र पावन शब्द उच्चारण कर रहे हैं। तीजा तीजे घर सुर ताल दे विच उचार रहे ने। दुपदा ये दो पदियों वाला शब्द है। एक ओंकार। एक अद्वितीय जो ब्रह्म है जिहदे वर्गा दूसरा कोई दुनिया में होर नहीं है। परमात्मा सब कुछ बना सकता है पर एक नहीं बनाया। वो की नहीं बनाया? अपने वर्गा कोई नहीं बनाया। लल्ला तक लवे न को एक आप अबर न हो। और सब कुछ बनाया है पर रब वर्गा कोई दुनिया च दूसरा रब नहीं है। उन्होंने एक किया है अद्वितीय परमेश्वर। बंदियां वर्गे बंदे ने, इस्त्रियां वर्गियां इस्त्रियां 84 लाख जूनां दे विच एक एक जून च अरबां करोड़ां जी पैदा कीते ने पर परमात्मा वर्गा कोई दूजा होर परमात्मा नहीं है। ओंकार जो सर्वदा प्रकाशक है। सतगुर प्रसाद जो सतगुरां की कृपा द्वारा प्राप्त हुंदा है। काहे पूत झगरत हौ संग बाप। यह पावन पंक्ति सतगुरु रामदास जी ने उस वक्त उचारी जद पंचम पातशाह श्री गुरु अर्जन देव जी ने गुरता गद्दी ते स्थापन कर दिता ਅਤੇ ਸਾਰੀਆਂ ਸੰਗਤਾਂ ਨੂੰ ਹੁਕਮ ਕਰ ਦਿੱਤਾ ਕਿ ਅੱਜ ਤੋਂ
ਸ੍ਰੀ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਦੇ ਮਾਲਕ ਹਨ, ਜਿਨ੍ਹਾਂ ਨੇ ਸਾਡੇ ਜਾਂ ਪਹਿਲੇ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ। ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦੀਦਾਰ ਵਿੱਚੋਂ ਸਾਡੇ ਦੀਦਾਰ ਕਰ ਸਕਦੇ ਨੇ। ਸਤਿਗੁਰਾਂ ਦਾ ਇਹ ਹੁਕਮ ਸੁਣ ਕੇ ਸਭ ਸੰਗਤਾਂ ਨੇ ਤਾਂ ਸਵੀਕਾਰ ਕਰ ਲਿਆ, ਪਰ ਬਾਬਾ ਪ੍ਰਿਥੀ ਚੰਦ ਜੀ ਇਹ ਸਭ ਕੁਝ ਸਵੀਕਾਰ ਨਾ ਕਰ ਸਕੇ। ਜਿਸ ਬੰਦੇ ਦਾ ਦਿਲ ਥੋੜਾ ਹੁੰਦਾ ਹੈ ਉਹ ਕਿਸੇ ਦੀ ਵਡਿਆਈ ਨੂੰ, ਮਾਣ ਨੂੰ ਸਹਾਰ ਨਹੀਂ ਸਕਦਾ, ਤੇ ਕਿਸੇ ਦੀ ਪੂਜਾ ਹੁੰਦੀ ਵੇਖ ਕੇ ਉਹਦਾ ਮਨ ਜਿਹੜਾ ਹੈ ਉਹ ਧੀਰਜਤਾ ਦੇ ਸਹਿਤ ਨਹੀਂ ਹੁੰਦਾ। ਮਨ ਕਾਲਾ ਪੈ ਜਾਂਦਾ ਕਿ ਮੇਰੀ ਪੂਜਾ ਕਿਉਂ ਨਹੀਂ ਹੋ ਰਹੀ। ਸੋ ਇੰਜ ਕਿਸੇ ਦੀ ਖੁਸ਼ੀ ਨੂੰ ਉਹੀ ਬੰਦਾ ਵੇਖ ਸਕਦਾ ਜਿਹਦੇ ਦਿਲ ਨੂੰ ਮਹਾਰਾਜ ਨੇ ਵਿਸ਼ਾਲ ਕੀਤਾ ਹੋਵੇ, ਜਿਹਦਾ ਬਹੁਤ ਬੜਾ ਦਿਲ ਹੋਵੇ। ਸਗੋਂ ਬਾਬਾ ਜੀ ਕ੍ਰੋਧ ਵਿੱਚ ਆ ਕੇ ਬਾਬਾ ਬੁੱਢਾ ਜੀ ਨੂੰ ਬੋਲਣ ਲੱਗ ਪਏ ਕਿ ਤੁਸੀਂ ਤਾਂ ਸਿਆਣੇ ਸੀ, ਮੇਰੇ ਪਿਤਾ ਜੀ ਨੂੰ ਤੁਸੀਂ ਸਮਝਾਉਂਦੇ ਕਿ ਪ੍ਰਿਥੀ ਚੰਦ ਤੁਹਾਡਾ ਵੱਡਾ ਮੁੰਡਾ ਹੈ, ਇੰਨੇ ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਹੈ, ਇਸ ਲਈ ਗੁਰਤਾ ਗੱਦੀ ਦਾ ਇਹ ਵੱਡਾ ਮੁੰਡਾ ਪ੍ਰਿਥੀ ਚੰਦ ਹੀ ਅਧਿਕਾਰੀ ਹੈ। ਕਿਉਂ ਬਾਬਾ ਬੁੱਢਾ ਜੀ ਨੂੰ ਕੌੜੇ ਸ਼ਬਦ ਬਾਬਾ ਜੀ ਬੋਲਦੇ ਹੋਏ ਘਰ ਵਿੱਚ ਆ ਗਏ। ਉਸ ਵਕਤ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮਹਿਲਾਂ ਵਿੱਚ ਬਿਰਾਜਮਾਨ ਸਨ। ਜਦ ਬਾਬਾ ਪ੍ਰਿਥੀ ਚੰਦ ਜੀ ਘਰ ਵਿੱਚ ਆ ਕੇ ਉੱਚੀ ਉੱਚੀ ਬੋਲ ਕੇ ਝਗੜਾ ਕਰਨ ਲੱਗੇ, ਉਸ ਵੇਲੇ ਮਾਤਾ ਭਾਨੀ ਜੀ ਨੇ ਬਾਬਾ ਪ੍ਰਿਥੀ ਚੰਦ ਜੀ ਨੂੰ ਸਿੱਖਿਆ ਦਿੰਦਿਆਂ ਜੋ ਬਚਨ ਕਹੇ ਸਨ, ਪਰ ਕਰਮਾਹੀਣ ਬਾਬਾ ਪ੍ਰਿਥੀ ਚੰਦ ਸਮਝਿਆ ਨਾ। ਮਾਤਾ ਭਾਨੀ ਜੀ ਦੇ ਸਿੱਖਿਆ ਰੂਪ ਦੇ ਵਿੱਚ ਕਈ ਬਚਨਾਂ ਨੂੰ ਸਾਰੇ ਰੰਗ ਦੇ ਅੰਦਰ ਸਤਿਗੁਰੂ ਰਾਮਦਾਸ ਜੀ ਉਚਾਰ ਰਹੇ ਨੇ ਕਿ ਕਾਹੇ ਪੂਤ ਝਗੜਤ ਹੋ ਸੰਗ ਬਾਪ। ਇਹ ਪੁੱਤਰ ਪ੍ਰਿਥੀ ਚੰਦ ਕਾਹਦੇ ਵਾਸਤੇ ਆਪਣੇ ਪਿਓ ਦੇ ਨਾਲ ਝਗੜਾ ਕਰਦਾ ਪਿਆ ਹੈ। ਜਿਨ ਕੇ ਜੜੇ ਬਡੀਰੇ ਤੁਮਹਾ। ਇਹ ਪੁੱਤਰ ਜਿਨ੍ਹਾਂ ਦੇ ਜੰਮੇ ਹੋਏ ਤੁਸੀਂ ਵਡਿਆਏ ਵੱਡੇ ਹੋਏ ਹੋ, ਮਤਲਬ ਸੰਗਤਾਂ ਤੁਹਾਡਾ ਸਤਿਕਾਰ ਕਰਦੀਆਂ ਨੇ। ਤਿਨ ਸਿਓ ਝਗੜਤ ਪਾਪ। ਤਿੰਨਾਂ ਸਤਿਗੁਰਾਂ ਦੇ ਨਾਲ ਝਗੜਾ ਕਰਨਾ ਮਹਾ ਪਾਪ ਹੈ। ਕਰ ਫਰਮਾਨ ਕਰਦੇ ਨੇ, ਜਿਸ ਧਨ ਕਾ ਤੁਮ ਗਰਬ ਕਰਤ ਹਾਓ। ਫਿਰ ਬਾਬਾ ਪ੍ਰਿਥੀ ਚੰਦ ਜੀ ਕਹਿਣ ਲੱਗਾ ਕਿ ਮੈਂ ਆਪਣੀ ਦੌਲਤ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕੋਲੋਂ ਗੁਰਿਆਈ ਖੋਹ ਲਵਾਂਗਾ ਅਤੇ ਆਪਣੇ ਪਿਤਾ ਅਤੇ ਭਰਾ ਨੂੰ ਕੈਦ ਕਰਵਾ ਦੇਵਾਂਗਾ। ਇਸ ਤਰ੍ਹਾਂ ਦੇ ਬਚਨ ਜਦੋਂ ਪ੍ਰਿਥੀ ਚੰਦ ਨੇ ਕਹੇ ਤਾਂ ਬੀਬੀ ਭਾਨੀ ਜੀ ਆਪਣੀ ਰਸਨਾ ਦੁਆਰਾ ਕਹਿਣ ਲੱਗੇ, ਇਹ ਬਚਨ ਸਤਿਗੁਰੂ ਜੀ ਅੱਗੇ ਫਰਮਾਉਂਦੇ ਨੇ ਕਿ ਜਿਸ ਧਨ ਕਾ ਤੁਮ ਗਰਭ ਕਰਤਾ ਹੋ। ਇਹ ਪੁੱਤਰ ਜਿਸ ਦੌਲਤ ਦਾ ਤੁਸੀਂ ਹੰਕਾਰ ਪਈ ਕਰਦੇ ਹੋ, ਉਹ ਧਨ ਕਿਸ ਹੈ ਨਾ ਆਪ। ਉਹ ਧਨ ਕਿਸੇ ਦਾ ਆਪਣਾ ਨਹੀਂ ਹੈ, ਨਾ ਕੋ ਲੈ ਆਇਓ ਇਹੋ ਧਨ, ਨਾ ਕੋ ਲੈ ਜਾਤ। ਇਸ ਲਈ ਸੋ ਇਹ ਕਿਸੇ ਦਾ ਵੀ ਆਪਣਾ ਨਹੀਂ ਹੈ। ਇਨ ਮਹਿ ਛੋੜ ਜਾਇ ਵਿਖਿਆ ਰਸ। ਜਿਸ ਵਿਖਿਆ ਮਾਇਆ ਦੀ ਰਸ ਵਿੱਚ ਤੁਸੀਂ ਬਹੇ ਹੋਏ ਹੋ, ਇਸ ਮਾਇਆ ਦੀ ਰਸ ਨੂੰ ਤੁਸੀਂ ਇੱਕ ਛਿਣ ਦੇ ਵਿੱਚ ਹੀ ਛੱਡ ਕੇ ਚਲੇ ਜਾਵੋਗੇ। ਆਉ ਲਾਗੈ ਪਛਤਾਪ। ਤਾਂ ਤੁਹਾਨੂੰ ਪਛਤਾਪ ਹੀ ਲੱਗੇਗਾ ਕਿ ਧਨ ਨਾਸ਼ ਹੋ ਗਿਆ ਹੈ। ਜੋ ਤੁਮਰੇ ਪ੍ਰਭ ਹੋਤੇ ਸੁਆਮੀ। ਇਹ ਪੁੱਤਰ ਜੋ ਤੁਹਾਡੇ ਮਾਲਕ ਪਰਮੇਸ਼ਰ ਦਾ ਸਰੂਪ ਪਿਤਾ ਸਤਿਗੁਰੂ ਜੀ ਸੰਸਾਰ ਦੇ ਅੰਦਰ ਹੋਂਦ ਰੂਪ ਹਨ। ਹਰ ਤਿਨ ਕੇ ਜਾਪਹੁ ਜਾਪ। ਤਿੰਨਾਂ ਸਤਿਗੁਰਾਂ ਦੇ ਉਪਦੇਸ਼ ਦੁਆਰਾ
ਹਰੀ ਪਰਮੇਸ਼ਰ ਦੇ ਜਾਪ ਨੂੰ ਜਪਣਾ ਕਰੋ। ਇਸੇ ਪ੍ਰਕਾਰ जो तुम्हारे प्रभु होते स्वामी, ਜੋ ਮਾਲਕ ਪਰਮੇਸ਼ਰ ਜੀ ਤੁਹਾਡੀ ਮਾਤਾ ਦੇ ਪੇਟ ਵਿੱਚ ਰੱਖਿਅਕ ਹੋਏ ਸਨ, हर तिन के जापहु जाप, ਹੁਣ ਉਸ ਪਰਮੇਸ਼ਰ ਦੇ ਜਾਪ ਨੂੰ ਤੁਸੀਂ ਜਪਣਾ ਕਰੋ। ਆਪ ਜਪੋ ਅਬਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ। उपदेश करत नानक जान तुम का, हे ਪੁੱਤਰ ਸਤਿਗੁਰੂ ਨਾਨਕ ਦੇਵ ਜੀ ਦਾ ਸਰੂਪ ਦੇ ਪ੍ਰਭੂ ਦੇ ਪਿਆਰੇ ਸੇਵਕ ਸ੍ਰੀ ਗੁਰੂ ਰਾਮਦਾਸ ਜੀ ਤੇਰੇ ਤਾਈਂ ਉਪਦੇਸ਼ ਦੇਣਾ ਕਰਦੇ ਹਨ। जो सुनहो तो जाए संताप, ਇਹ ਪੁੱਤਰ ਜਦ ਸੁਣੋਗੇ ਤਾਂ ਤੁਹਾਡੇ ਸਾਰੇ ਦੁੱਖ ਚਲੇ ਜਾਣਗੇ। ਭਾਵ ਜੋ ਤੁਹਾਨੂੰ ਗੁਰਿਆਈ ਨਾ ਮਿਲਣ ਦਾ ਦੁੱਖ ਹੈ ਇਹ ਹਿਰਦੇ ਅੰਦਰੋਂ ਚਲਿਆ ਜਾਵੇਗਾ। ਇਸੇ ਸ਼ਬਦ ਦੁਆਰਾ ਸਤਿਗੁਰੂ ਜੀ ਜੀਵ ਨੂੰ ਸੰਬੋਧਨ ਕਰਦਿਆਂ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਨੇ। आहे पूत झगरत हाउ संग बाप, ਇਹ ਜੀਵ ਰੂਪ ਪੁੱਤਰੋ ਕਾਹਦੇ ਵਾਸਤੇ ਤੁਸੀਂ ਪਰਮੇਸ਼ਰ ਪਿਤਾ ਦੇ ਨਾਲ ਝਗੜਾ ਪਏ ਕਰਦੇ ਹੋ ਕਿ ਸਾਨੂੰ ਸੁੱਖ ਨਹੀਂ ਦਿੱਤੇ, ਪਦਾਰਥ ਨਹੀਂ ਦਿੱਤੇ, ਸਾਡਾ ਦੁਨੀਆ 'ਚ ਜਸ ਕਿਉਂ ਨਹੀਂ ਕੀਤਾ ਇਤਿਆਦਿਕ। जिनके जने बडीरे तुम हाओ, ਜਿਸ ਵਾਹਿਗੁਰੂ ਦੇ ਤੁਸੀਂ ਪੈਦਾ ਕੀਤੇ ਹੋਏ ਹੋ, स्यो झगरत पाप, ਅਤੇ ਤੁਸੀਂ ਵਡਿਆਈ ਹੋਏ ਹੋ। ਤਿਸ ਦਾਤੇ ਪਰਮੇਸ਼ਰ ਨਾਲ ਝਗੜਾ ਕਰਨਾ ਬੜਾ ਮਹਾ ਪਾਪ ਹੈ। जिस धन का ਰਹਾਉ ਆਖਿਆ ਨੇ रहा, ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। जिस धन का तुम गर्भ करत हाओ, ਇਹ ਜੀਵ ਰੂਪ ਪੁੱਤਰੋ ਜਿਸ ਧਨ ਪਦਾਰਥ ਦਾ ਤੁਸੀਂ ਹੰਕਾਰ ਭਏ ਕਰਦੇ ਹੋ, ਉਹ ਧਨ ਕਿਸ ਹੈ ਨਾ ਆਪ, ਉਹ ਧਨ ਕਿਸੇ ਦਾ ਆਪਣਾ ਨਹੀਂ ਹੈ। ਭਾਵ ਜਦੋਂ ਪ੍ਰਾਲਬਧ ਪੂਰੀ ਹੋ ਜਾਂਦੀ ਹੈ ਤਾਂ ਪੁੰਨ ਕਰਮ ਖਤਮ ਹੋ ਜਾਂਦੇ ਨੇ, ਤਦੋਂ ਧਨ ਹੋਰ ਨਾ ਪੁੰਨੀ ਪੁਰਖਾਂ ਦੇ ਕੋਲ ਚਲਿਆ ਜਾਂਦਾ ਹੈ। ਜਿਨ ਮਹਿ ਛੋੜ ਜਾਏ ਵਿਖਿਆ ਰਸ, ਜੋ ਵਿਖਿਆ ਮਾਇਆ ਦੇ ਰਸ ਨੇ ਇਹਨਾਂ ਨੂੰ ਜਾਂ ਵਿਸ਼ਿਆਂ ਦੇ ਰਸ ਆਨੰਦ ਨੂੰ, ਇਹ ਜੀਵ ਰੂਪ ਪੁੱਤਰੋ ਇੱਕ ਛਣ ਦੇ ਵਿੱਚ ਹੀ ਤੁਸੀਂ ਛੱਡ ਕੇ ਦੁਨੀਆ ਤੋਂ ਚਲੇ ਜਾਵੋਗੇ। ਆਉ ਲਾਗੈ ਪਛਤਾਪ, ਤਦੋਂ ਪਛਤਾਪ ਲੱਗ ਜਾਵੇਗਾ ਕਿ ਅਸੀਂ ਤਾਂ ਹੁਣੇ ਹੀ ਮਰ ਚੱਲੇ ਹਾਂ। ਜਾਂ ਤਦੋਂ ਜਿਨ੍ਹਾਂ ਪਦਾਰਥਾਂ ਵਿਸ਼ਿਆਂ ਦੇ ਨਾਲ ਮੋਹ ਲਾਇਆ ਹੋਇਆ ਹੈ ਉਹਨਾਂ ਦਾ ਪਾਸ਼ ਪਿੱਛੋਂ ਤਾਪ ਤਪਾਉਣਾ ਲੱਗ ਜਾਵੇਗਾ। ਜੋ ਤੁਮਾਰੇ ਪ੍ਰਭ ਹੋਤੇ ਸੁਆਮੀ, ਜੋ ਮਾਲਕ ਪਰਮੇਸ਼ਰ ਜੀ ਤੁਹਾਡੇ ਹੋਂਦ ਰੂਪ ਹਨ, ਹਰ ਤਿਨ ਕੇ ਜਪ ਹੋ ਜਾਪ, ਉਸ ਹਰੀ ਪਰਮੇਸ਼ਰ ਦੇ ਜਾਪ ਨੂੰ ਗੁਰੂ ਉਪਦੇਸ਼ ਦੁਆਰਾ ਇੱਕ ਰਸ ਜਪਣਾ ਕਰੋ। ਉਪਦੇਸ਼ ਕਰਤ ਨਾਨਕ ਜਨ ਤੁਮ ਕਾ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ हे ਪਿਆਰੇ ਜਨੋ, ਅਸੀਂ ਤੁਹਾਡੇ ਤਾਈਂ ਉਪਦੇਸ਼ ਦੇਣਾ ਕਰਦੇ ਹਾਂ। ਜਾਓ ਸੁਨੋ ਤੋ ਜਾਏ ਸੰਤਾਪ, ਜੇ ਇਸ ਉਪਦੇਸ਼ ਨੂੰ ਸਰਵਣ ਕਰੋਗੇ ਤਾਂ ਤੁਹਾਡਾ ਜੰਮਣ ਮਨ ਰੂਪੀ ਜਿਹੜਾ ਦੁੱਖ ਹੈ ਉਹ ਚਲਿਆ ਜਾਵੇਗਾ, ਜਾਂ ਭਲੀ ਪ੍ਰਕਾਰ ਕਰਕੇ ਆਦਿ ਵਿਆਧੀ ਉਪਾਧੀ ਰੂਪਤਾਪ ਚਲਿਆ ਜਾਵੇਗਾ। ਮਾਰਗ ਮਹਲਾ ਚੌਥਾ।
ਸਾਰੰਗ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਹ ਪਵਿੱਤਰ ਸ਼ਬਦ ਉਪਦੇਸ਼ ਉਚਾਰਨ ਕਰਦੇ ਨੇ। ਘਰ ਪੰਜਵਾ ਪੰਜਵੇਂ ਸੁਰ ਤਾਲ ਦੇ ਵਿੱਚ ਪਦੇ ਦੋ ਪਦਾਂ ਵਾਲੀ ਬਾਣੀ ਉਚਾਰ ਰਹੇ ਹਨ। ਪੜਤਾਲ ਸੋ ਪੜਤਾਲ ਨਾਮੀ ਛੰਦ ਵਿੱਚ ਉਚਾਰ ਰਹੇ ਨੇ, ਜਾਂ ਪੜਤਾਲ ਮਤਲਬ ਪਰਤਾਓ ਤਾਲ ਦਾ, ਜਿਸ ਦੇ ਪਾਟਵੇਂ ਤਾਲ ਹੋਣ ਜਾਂ ਤਾਲ ਹੀ ਤਾਲ ਪਈ ਜਾਵੇ, ਭਾਵ ਗਾਉਣ ਦੇ ਵਿੱਚ ਤੁਕ ਤੁਕ ਦੇ ਤਾਲ ਪਰਤਦਾ ਜਾਂਦਾ ਹੋਵੇ, ਉਸ ਨੂੰ ਪੜਤਾਲ ਕਹਿੰਦੇ ਨੇ। ਜਿਵੇਂ ਜਿਸ ਸ਼ਬਦ ਦੀਆਂ 5 ਪੌੜੀਆਂ ਨੇ, ਉਹਦੇ 'ਚ ਇੱਕ ਇੱਕ ਪੌੜੀ ਇੱਕ ਇੱਕ ਤਾਲ ਦੇ ਵਿੱਚ ਗਾਈ ਜਾਵੇ। ਪਹਿਲੀ ਪੌੜੀ ਇੱਕ ਤਾਲ 'ਚ, ਦੂਜੀ ਪੌੜੀ 3 ਤਾਲ 'ਚ, ਤੀਜੀ ਪੌੜੀ ਦਾਦਰਾ, ਚੌਥੀ ਪੌੜੀ ਕਹਿਰਵਾ, ਪੰਜਵੀਂ ਪੌੜੀ 2.5 ਤਾਲ। ਇਉਂ ਪੌੜੀ ਪੌੜੀ ਦੇ ਤਾਲ ਪਾਟਦੇ ਜਾਣ। ਵੱਖੋ ਵੱਖਰੇ ਤਾਲਾਂ ਦੇ ਵਿੱਚ ਇੱਕੋ ਹੀ ਸ਼ਬਦ ਨੂੰ ਗਾਇਆ ਜਾਵੇ, ਉਸ ਨੂੰ ਪੜਤਾਲ ਕਹਿੰਦੇ ਨੇ। ਆਮ ਤੌਰ 'ਤੇ ਜਿਹੜਾ ਸੰਪੂਰਨ ਸ਼ਬਦ ਹੈ, ਜਿਸ ਤਾਲ ਦੇ ਵਿੱਚ ਆਰੰਭ ਹੋਵੇ ਉਸੇ ਤਾਲ ਦੇ ਵਿੱਚ ਹੀ ਸੰਪੂਰਨ ਰਾਗੀ ਸਿੰਘ ਕਰਦੇ ਨੇ। ਪਰ ਪੜਤਾਲ ਜਾਂ ਜਿਸ ਛੰਦ ਵਿੱਚ ਵਾਹਿਗੁਰੂ ਦੇ ਸਰੂਪ ਦੀ ਪੜਤਾਲ ਖੋਜ ਹੋਵੇ, ਜਾਂ ਪੜਤਾਲ 4 ਤਾਲ ਦਾ ਭੇਦ ਹੋਵੇ, ਇਸ ਤਾਲ ਦੇ ਵਿੱਚ ਗਾਏ ਜਾਣ ਵਾਲੇ ਪਦਾਂ ਦੀ ਪੜਤਾਲ ਸੰਗਿਆ ਹੋ ਗਈ ਹੈ, ਭਾਵੇਂ ਕਿਸੇ ਧਾਰਨਾ ਦੇ ਹੋਣ। ਜਿਵੇਂ ਸਰਬਲੋਕ ਗ੍ਰੰਥ ਵਿੱਚੋਂ ਅਨੇਕਾਂ ਛੰਦਾਂ ਦੇ ਆਦਿ ਪੜਤਾਲ ਲਿਖਿਆ ਹੋਇਆ ਹੈ। ਸੋ ਪੜਤਾਲ ਸ਼ਬਦ ਉਚਾਰ ਰਹੇ ਨੇ। ਇੱਕ ਓੰਕਾਰ ਇੱਕ ਅਦੁੱਤੀ ਪਰਮੇਸ਼ਰ ਓੰਕਾਰ, ਜੋ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਜਪ ਮਨ ਜਗਨਨਾਥ ਜਗਦੀਸਰੋ ਜਗ ਜੀਵਨੋ। ਸਤਿਗੁਰੂ ਰਾਮਦਾਸ ਜੀ ਦੀ ਬਾਣੀ ਬੜੀ ਹੋਈ ਮਿੱਠੀ ਹੈ। ਲੰਬੀਆਂ ਲੰਬੀਆਂ ਪੰਕਤੀਆਂ ਤੁਹਾਨੂੰ ਮਿਲਣਗੀਆਂ, ਖਾਸ ਕਰਕੇ ਆ ਸਾਰੰਗ ਰਾਗ ਦੇ ਵਿੱਚ। ਜਦ ਮੈਂ ਨਵਾਂ ਸ੍ਰੀ ਅਖੰਡ ਪਾਠ ਸਾਹਿਬ ਤੇ ਰੌਲ ਲਾਉਣ ਲੱਗਾ, ਜ਼ਬਾਨ ਤੇ ਨਾ ਚੜਨ, ਪਾਠ ਬਹੁਤ ਘੱਟ ਅੰਗਾਂ ਦੇ ਵਿੱਚ ਹੁੰਦਾ। ਰਾਤ ਦੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਬਾਣੀ ਚੱਲਦੀ ਹੈ, ਸ਼ਾਂਤੀ ਦੇ ਵਿੱਚ ਪੜ੍ਹਨ ਵਾਲੀ ਹੈ, ਔਰ ਬੜੀ ਆਨੰਦਪੂਰਵਕ ਹੈ। ਲੰਬੀਆਂ ਲੰਬੀਆਂ ਪੰਕਤੀਆਂ ਨੇ। ਹੇ ਮੇਰੇ ਮਨਾ ਜਪ ਮਨ, ਉਸ ਨੂੰ ਜਪਣਾ ਕਰ ਜੋ ਜਗਨਨਾਥ ਜਗਤ ਦਾ ਸੁਆਮੀ, ਜਗਦੀਸ਼ਰੋ ਜਗਤ ਦਾ ਈਸ਼ਰ, ਤੇ ਜਗ ਜੀਵਨੋ ਸਾਰੇ ਜਗਤ ਦਾ ਜੀਵਨੋ ਪ੍ਰਭੂ ਹੈ। ਮਨ ਮੋਹਨ ਸਿਓ ਪ੍ਰੀਤ ਲਾਗੀ, ਫਿਰ ਉਸ ਮਨ ਨੂੰ ਮੋਹਿਤ ਕਰਨ ਵਾਲੇ ਪ੍ਰਭੂ ਦੇ ਨਾਲ ਤੇਰੀ ਪ੍ਰੀਤੀ ਲੱਗ ਜਾਵੇਗੀ। ਮੈਂ ਹਰ 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 ਟੇਕ, ਸਭ ਦਿਨ ਸਭ ਰਾਤ। ਸਾਰਾ ਦਿਨ ਤੇ ਸਾਰੀ ਰਾਤ ਮੈਨੂੰ ਉਸੇ ਹਰੇ ਭਰੇ ਕਰਨ ਵਾਲੇ ਪਾਪਾਂ ਦੇ ਹਾਰਕ ਹਰੀ ਪਰਮੇਸ਼ਰ ਦੀ ਮਨ ਬਾਣੀ ਸਰੀਰ ਕਰਕੇ ਟੇਕ ਓਟ ਹੈ। ਜਾਂ ਹੀ ਭਾਈ ਉਸ ਨੂੰ ਮਨ ਦੇ ਵਿੱਚ ਜਪਣਾ ਕਰ, ਜੋ ਜਿਹੜਾ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜਗਨਨਾਥ ਜਗਤ ਦਾ ਸੁਆਮੀ ਹੈ। ਇਸੇ ਪ੍ਰਕਾਰ ਜਪ ਮਨ ਜਗਨਨਾਥ, ਜਿਹੜਾ ਜਗਨਨਾਥ ਦਾ ਇੱਕ ਮੰਦਿਰ ਵੀ ਹੈ ਉੜੀਆ ਦੇ ਵਿੱਚ, ਉੜੀਸਾ ਦੇ ਵਿੱਚ, ਜਿੱਥੇ ਆਰਤੀ ਉਚਾਰੀ ਸੀਗੀ। ਉਹ ਤੇ ਜਗਨਨਾਥ ਦੇਵਤਿਆਂ ਦਾ ਮੰਦਿਰ ਹੈ। ਸਿਰਾ ਸਾਰੇ ਜਗ ਦਾ ਮਾਲਕ ਵਾਹਿਗੁਰੂ, ਇਹਦਾ ਇੱਥੇ ਉਸ ਵਾਹਿਗੁਰੂ ਦਾ ਨਾਮ ਹੈ ਜਿਹੜਾ ਸਾਰੇ ਸੰਸਾਰ ਦਾ ਮਾਲਕ ਹੈ। ਉਸ ਨੂੰ ਮਨ ਦੇ ਵਿੱਚ
ਆਪ ਜਪੋ ਅਵਰਹ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ। ਜਗਦੀਸਰੋ ਜੋ ਸਾਰੇ ਜਗ ਦਾ ਈਸ਼ਰ ਭਾਵ ਸਭ ਨੂੰ ਸੱਤਾ ਸੁਪਰਤੀ ਦੇਣ ਵਾਲਾ ਹੈ, ਉਸ ਨੂੰ ਮਨ ਵਿੱਚ ਜਪਨਾ ਕਰੋ। ਜਗ ਜੀਵਨੋ ਇਹ ਗੁਰੂ ਜੀ ਜਗਤ ਦੀ ਈਸ਼ਰ ਤਾਂ ਬ੍ਰਹਮਾਦਿਕ ਵੀ ਹੋ ਸਕਦੇ ਨੇ, ਜਗ ਦੇ ਮਾਲਕ ਤਾਂ ਰਾਜੇ ਲੋਕ ਵੀ ਨੇ। ਕਹਿੰਦੇ ਨਹੀਂ, ਜਗਦੀਸ਼ਰ ਪਰਮਾਤਮਾ ਦਾ ਨਾਮ ਹੈ। ਫਿਰ ਜਗਤ ਦਾ ਈਸ਼ਰ ਦਾ ਬ੍ਰਹਮਾ ਵੀ ਹੈ। ਕਹਿੰਦੇ ਨਹੀਂ ਭਾਈ, ਜਗ ਜੀਵਨ ਜੋ ਸਾਰੇ ਜਗਤ ਦਾ ਜੀਵਨ ਰੂਪ ਹੈ, ਭਾਵ ਆਪਣੀ ਚੇਤਨ ਸੱਤਾ ਨਾਲ ਜੀਵਨ ਦਾਨ ਦੇਣ ਵਾਲਾ, ਉਸ ਨੂੰ ਮਨ ਵਿੱਚ ਜਪਨਾ ਕਰੋ। ਹੇ ਮਹਾਰਾਜ, ਸਾਰੇ ਜਗਤ ਦਾ ਜੀਵਨ ਰੂਪ ਤਾਂ ਪ੍ਰਾਣ ਵੀ ਨੇ। ਪਾਸ਼ਾ ਕਹਿੰਦੇ ਨਹੀਂ, ਤੁਸੀਂ ਸਮਝੇ ਨਹੀਂ ਹੋ। ਮਨ ਮੋਹਨ ਸਿਉ ਪ੍ਰੀਤ ਲਾਗੀ ਜਿਹੜਾ ਸਾਰਿਆਂ ਦੇ ਮਨਾਂ ਨੂੰ ਮੋਹਿਤ ਕਰਨ ਵਾਲਾ ਹੈ, ਜਾਂ ਸੰਤਾਂ ਭਗਤਾਂ ਦੇ ਮਨ ਵਿੱਚੋਂ ਮੋਹ ਨੂੰ ਮਿਟਣ ਵਾਲਾ ਹੈ, ਉਸ ਦੇ ਨਾਲ ਸਾਡੀ ਪ੍ਰੀਤੀ ਲੱਗੀ ਹੋਈ ਹੈ। ਇਸ ਲਈ ਹੈ ਭਾਈ, ਤੂੰ ਵੀ ਉਸ ਨਾਲ ਆਪਣੇ ਮਨ ਦੀ ਪ੍ਰੀਤੀ ਲਗਾਉਣਾ ਕਰ। ਹੇ ਗੁਰੂ ਜੀ, ਮਨ ਨੂੰ ਮੋਹਿਤ ਕਰਨ ਵਾਲੀ ਤਾਂ ਮਾਇਆ ਵੀ ਹੈ। ਤਾਂ ਸਹਿ ਫਰਮਾਉਂਦੇ ਨੇ, ਮੈਂ ਹਰ 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 ਟੇਕ ਸਭ ਦਿਨ ਸਭ ਰਾਤ। ਜ਼ਿੰਦਗੀ ਦੇ ਸਾਰੇ ਦਿਨ ਅਤੇ ਜ਼ਿੰਦਗੀ ਦੀਆਂ ਸਭ ਰਾਤਾਂ ਵਿੱਚ ਮੈਨੂੰ ਉਸੇ ਸੰਸਿਆਂ ਦੇ ਹਰ ਹਰੀ ਪਰਮਾਤਮਾ ਦੀ ਮਨ ਬਾਣੀ ਸਰੀਰ ਕਰਕੇ ਓਟ ਹੈ, ਜਾਂ ਜਿਸ ਦੀ ਸਾਰੇ ਗਿਆਨ ਰੂਪੀ ਦੇਣ ਵਾਲੇ ਪੁਰਖਾਂ ਤੇ ਪ੍ਰੇਮ ਨਾਲ ਭਿੱਜੀ ਹੋਈ ਅਵਸਥਾ ਨੂੰ ਰਾਤ ਵਾਲੇ ਸਾਰੇ ਜਗਿਆਸੂ ਜਨਾਂ ਨੂੰ ਓਟ ਹੈ, ਉਸ ਨੂੰ ਮਨ ਦੇ ਵਿੱਚ ਜਪਨਾ ਕਰੋ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਹਰ ਕੀ ਉਪਮਾ ਅਨਕ 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 ਗੁਣ ਗਾਵਤ। ਇਹ ਹਰੀ ਪਰਮੇਸ਼ਰ ਆਪ ਜੀ ਦੀ ਉਪਮਾ ਮਹਿਮਾ ਵੀ ਅਨੰਤ ਪ੍ਰਕਾਰ ਦੀ ਹੈ, ਤੇ ਮਹਿਮਾ ਕਰਨ ਵਾਲੀ ਵੀ ਅਨੰਤ ਪ੍ਰਕਾਰ ਦੇ ਹਨ। ਤੇਰੇ ਗੁਣ ਵੀ ਅਨੰਤ ਪ੍ਰਕਾਰ ਦੇ ਹਨ, ਤੇ ਅਨੰਤ ਪ੍ਰਕਾਰ ਦੇ ਜੀਵ ਤੇਰੇ ਗੁਣਾਂ ਨੂੰ ਗਾਉਂਦੇ ਹਨ। ਸੁਖ ਨਾਰਦ ਬ੍ਰਹਮਾਦਕ ਤਬ ਗੁਣ ਸੁਆਮੀ ਗਾਨਨ ਨਾ ਜਾਤ। ਹੇ ਮਾਲਕ ਪਰਮੇਸ਼ਰ, ਤੇਰੇ ਗੁਣਾਂ ਨੂੰ ਸੁਖਦੇਵ ਰਿਸ਼ੀ, ਬ੍ਰਹਮਾ ਦਾ ਪੁੱਤਰ ਨਾਰਦ ਮੁਨੀ ਅਤੇ ਬ੍ਰਹਮਾਦਿਕ ਸਾਰੇ ਦੇਵਤੇ ਗਾਉਂਦੇ ਹਨ। ਗਾਉਂਦੇ ਤਾਂ ਹਨ, ਪਰ ਕਿਸੇ ਦੇ ਪਾਸੋਂ ਵੀ ਉਪਮਾ ਰੂਪ ਦੇ ਵਿੱਚ ਤੇਰੇ ਗੁਣ ਗਿਣੇ ਨਹੀਂ ਜਾ ਸਕਦੇ। ਤੂੰ ਹਰ ਬੇਅੰਤ ਤੂੰ ਹਰ ਬੇਅੰਤ। ਇਹ ਹਰੀ ਪਰਮੇਸ਼ਰ, ਤੂੰ ਪਿੱਛੇ ਭੂਤਕਾਲ ਦੇ ਵਿੱਚ ਵੀ ਅਨੰਤ ਸੀ, ਅੰਤ ਤੋਂ ਰਹਿਤ ਸੀ। ਇਹ ਹਰੀ ਪਰਮੇਸ਼ਰ, ਤੂੰ ਹੁਣ ਵਰਤਮਾਨ ਸਮੇਂ ਵਿੱਚ ਵੀ ਅਨੰਤ ਅੰਤ ਤੋਂ ਰਹਿਤ ਹੈ। ਅਤੇ ਹੇ ਸੁਆਮੀ ਮਾਲਕ ਹਰੀ ਪਰਮੇਸ਼ਰ, ਤੂੰ ਹਰ ਸੁਆਮੀ। ਤੂੰ ਭਵਿੱਖਤ ਕਾਲ ਦੇ ਵਿੱਚ ਅੱਗੇ ਵੀ ਅੰਤ ਤੋਂ ਰਹਿਤ ਹੋਵੇਂਗਾ। ਇਹ ਹਰੀ ਪਰਮੇਸ਼ਰ, ਤੂੰ ਸਭ ਦਾ ਸੁਆਮੀ ਮਾਲਕ ਹੈ। ਤੂੰ ਆਪੇ ਹੀ ਜਾਣ ਹੈ ਆਪਣੀ ਭਾਂਤ। ਇਹ ਪਰਮੇਸ਼ਰ, ਤੂੰ ਆਪਣੀ ਪਾਲਣ ਪੋਸ਼ਣ ਦੀ ਭਾਂਤ ਰੀਤੀ ਨੂੰ ਖੁਦ ਤੂੰ ਆਪ ਹੀ ਜਾਣਦਾ ਹੈ। ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ। ਜੋ ਹਰੀ ਪਰਮੇਸ਼ਰ ਦੇ ਤਾਈ ਨੇੜੇ ਤੋਂ ਨੇੜੇ ਜਾਣਦੇ ਨੇ, ਉਹ ਹਰੀ ਪਰਮੇਸ਼ਰ ਦੇ ਨੇੜੇ ਹੀ ਵਸਦੇ ਨੇ, ਜਾਂ ਉਹਨਾਂ ਨੇ ਪਰਮੇਸ਼ਰ ਨੇੜੇ ਹੀ ਉਹਨਾਂ ਦੇ ਵਸਦਾ। ਅਤੇ ਜੋ ਮਹਾਰਾਜ ਦੱਸਦੇ ਨੇ, ਤੇ ਹਰ ਕੇ ਜਨ ਸਾਧੂ। ਉਹ ਹਰੀ ਪਰਮੇਸ਼ਰ ਦੇ ਸਾਧੂ ਸੰਤ ਜਨ ਹਨ। ਹਰ ਭਗਾਤ ਅਤੇ ਹਰੀ ਪਰਮੇਸ਼ਰ ਦੇ ਪਿਆਰੇ ਭਗਤ ਹਨ। ਇਸੇ ਪ੍ਰਕਾਰ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ। ਇਹ ਹਰੀ ਪਰਮੇਸ਼ਰ ਜੋ ਆਪ ਜੀ ਦੇ ਮਨ ਕਰਕੇ ਨੇੜੇ ਵਸਦੇ ਨੇ, ਬਾਣੀ ਕਰਕੇ ਨੇੜੇ ਵਸਦੇ ਨੇ, ਅਤੇ ਇਹ ਹਰੀ ਪਰਮੇਸ਼ਰ ਸਰੀਰ ਕਰਕੇ ਵੀ ਨੇੜੇ ਵਸਦੇ ਹਨ।
ਇਸੇ ਪ੍ਰਕਾਰ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ। ਇਹ ਪਰਮੇਸ਼ਰ ਜੋ ਆਪ ਦੇ ਤਾਈ ਨੇੜੇ ਤੋਂ ਨੇੜੇ ਜਾਣਦੇ ਨੇ, ਉਹ ਹੀ ਹਰੀ ਤੇਰੇ ਨੇੜੇ ਹੀ ਵਸਦੇ ਨੇ। ਤੇ ਹਰ ਕੇ ਜਨ ਸਾਧੂ ਅਤੇ ਹੀ ਹਰੀ ਤੇ ਉਹ ਆਪ ਜੀ ਦੇ ਭਗਤ ਜਨ ਅਤੇ ਸਾਧੂ ਹਨ। ਹਰ ਭਗਾਤ ਅਤੇ ਹੀ ਹਰੀ ਉਹ ਆਪ ਜੀ ਦੀ ਭਗਤੀ ਕਰਨ ਵਾਲੇ ਮਹਾਂਪੁਰਖ ਹਨ। ਤੇ ਹਰ ਕੇ ਜਨ ਤੇ ਉਹ ਜਿਹੜੇ ਹਰੀ ਪਰਮੇਸ਼ਰ ਦੇ ਸੰਤ ਭਗਤ ਜਨ ਹਨ। ਹਰ ਸਿਉ ਰਲ ਮਿਲੇ ਹਰੀ ਪਰਮੇਸ਼ਰ ਦੇ ਨਾਲ ਇਉਂ ਰਲੇ ਮਿਲੇ ਹਨ। ਜੈਸੇ ਜਨ ਨਾਨਕ ਸਤਿਗੁਰੂ ਸਾਹਿਬ ਜੀ ਦਾਸਾ ਭਾਵ ਧਾਰ ਕੇ ਕਥਨ ਕਰਦੇ ਨੇ ਕਿ ਜਿਸ ਪ੍ਰਕਾਰ ਸਲਲ ਸਲਲ ਮਿਲਾਤ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ, ਜਿਵੇਂ ਸਮੁੰਦਰ ਦੇ ਪਾਣੀ ਵਿੱਚ ਗੰਗਾ ਦਾ ਪਾਣੀ ਮਿਲ ਜਾਂਦਾ, ਇਸੇ ਪ੍ਰਕਾਰ ਬ੍ਰਹਮ ਰੂਪ ਸਮੁੰਦਰ ਵਿੱਚ ਈਸ਼ਰ ਰੂਪ ਗੰਗਾ ਦਾ ਪਾਣੀ ਮਿਲ ਜਾਂਦਾ ਹੈ। ਜੋ ਬ੍ਰਹਮ ਰੂਪ ਪਾਣੀ ਦਾ ਸਰੂਪ ਸਤਿਗੁਰੂ ਜੀ ਨੇ, ਉਹਨਾਂ ਦੇ ਨਾਲ ਜਗਿਆ ਸਰੂਪ ਗੰਗਾ ਦਾ ਪਾਣੀ ਮਿਲ ਜਾਂਦਾ ਹੈ। ਜਾਂ ਈਸ਼ਰ ਦੇ ਤਤਪਦ ਲੱਖਰਤ ਰੂਪ ਪਾਣੀ ਵਿੱਚ ਜੀਵ ਦਾ ਤੁੰਗਪਾਦੀ ਲੱਖਰਤ ਦਾ ਪਾਣੀ ਮਿਲ ਜਾਂਦਾ। ਭਾਵ ਜੀਵ ਦੀ ਪ੍ਰਤੱਖ ਜੋਤ ਅਦਵੈਤ ਆਨੰਦ ਵਿੱਚ ਮਿਲ ਜਾਂਦੀ ਹੈ। ਜਿਉਂ ਜਲ ਮਹਿ ਹੈ ਜਲ ਆਏ ਖਟਨ, ਤਿਉਂ ਜੋਤੀ ਸੰਗ ਜੋਤ ਸਮਨ, ਮਿਟ ਗਏ ਗਮਨ ਪਾਈ ਵਿਸਰਾਮ, ਨਾਨਕ ਪ੍ਰਭ ਕੈ ਸਤਿਗੁਰ ਬਾਣ। ਆਰੰਗ ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੋਭਾਮਣ ਉਪਦੇਸ਼ ਉਚਾਰ ਰਹੇ ਨੇ। ਜਪ ਮਨ ਇਹ ਮੇਰੇ ਮਨ ਉਸ ਵਾਹਿਗੁਰੂ ਨੂੰ ਜਪਨਾ ਕਰ, ਨਰ ਹਰੀ ਜੋ ਨਰਾਂ ਨੂੰ ਹਰੇ ਭਰੇ ਕਰਨ ਵਾਲਾ ਹੈ। ਨਰ ਹਰ ਸੁਆਮੀ ਨਰ ਸਿੰਘ ਆਦਿਕ ਰੂਪਾਂ ਨੂੰ ਧਾਰਨ ਵਾਲਾ ਮਾਲਕ ਪਰਮੇਸ਼ਰ ਹੈ। ਹਰ ਸਗਲ ਦੇਵ ਦੇਵਾ ਹਰ ਜੋ ਹਰੀ ਪਰਮੇਸ਼ਰ ਸਾਰੇ ਦੇਵਤਿਆਂ ਦੇ ਪੂਜਣੇ ਯੋਗ ਹੈ। ਸ੍ਰੀ ਰਾਮ ਰਾਮ ਨਾਮਾ ਹਰ ਜਿਸ ਸ਼੍ਰੋਮਣੀ ਰਮੇ ਹੋਏ ਪਰਮੇਸ਼ਰ ਦਾ ਨਾਮ ਆਤਮਿਕ ਸ਼ਾਂਤੀ ਦੇਣ ਵਾਲਾ ਹੈ। ਹਰ ਪ੍ਰੀਤਮ ਮੋਰਾ ਹਰ ਹਰੀ ਪਰਮੇਸ਼ਰ ਮੇਰਾ ਪਿਆਰਾ ਪ੍ਰੀਤਮ ਹੈ। ਜਾਂ ਅਥਵਾ हे ਪਿਆਰੇ ਉਸ ਨੂੰ ਆਪਣੇ ਮਨ ਦੇ ਵਿੱਚ ਜਪਨਾ ਕਰ, ਜੋ ਨਰਾਂ ਨੂੰ ਹਰੇ ਭਰੇ ਕਰਨ ਵਾਲਾ ਹੈ। ਮਹਾਰਾਜ ਫਰਮਾਉਂਦੇ ਨੇ ਜਪ ਮਨ ਨਰ ਹਰੇ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਦੇ ਨਾਮ ਨੂੰ ਐ ਮੇਰਿਆ ਮਨਾਂ ਜਪ। हे ਗੁਰੂ ਜੀ, ਨਰਾਂ ਨੂੰ ਹਰੇ ਭਰੇ ਕਰਨ ਵਾਲੇ ਤਾਂ ਪ੍ਰਾਣ ਵੀ ਨੇ। ਮਾਰੇ ਕਹਿੰਦੇ ਨਹੀਂ ਹੋਏ ਕਮਲਿਆ। ਨਰ ਹਰ ਸੁਆਮੀ ਜੋ ਨਰ ਸਿੰਘ ਆਦਿਕ ਰੂਪਾਂ ਨੂੰ ਧਾਰਨ ਵਾਲਾ ਮਾਲਕ ਹੈ ਵਾਹਿਗੁਰੂ, ਅਸੀਂ ਉਹਨੂੰ ਕਹਿ ਰਹੇ ਹਾਂ ਕਿ ਉਹਨੂੰ ਜਪ ਮਨ ਦੇ ਵਿੱਚ। हे ਮਹਾਰਾਜ, ਨਰ ਹਰ ਨਾਮ ਤਾਂ ਵਿਸ਼ਨੂੰ ਆਦਿਕ ਜਾਂ ਰਾਜਿਆਂ ਦਾ ਵੀ ਹੈ। ਤਾਂ ਗੁਰੂ ਸਾਹਿਬ ਫਰਮਾਉਂਦੇ ਨੇ ਸੁਆਮੀ ਜੋ ਵਿਸ਼ਨੂੰ ਆਦਿਕ ਜਾਂ ਰਾਜੀ ਆਦਿਕ ਸਾਰਿਆਂ ਦਾ ਮਾਲਕ ਹੈ, ਉਸ ਨੂੰ ਮਨ ਦੇ ਵਿੱਚ ਜਪਣਾ ਕਰ। हे ਮਹਾਰਾਜ, ਜਗਤ ਵਿੱਚ ਸਵਾਮੀ ਤਾਂ ਬਹੁਤ ਨੇ। ਸਾਡੇ ਮਾਲਪੁਰ ਦੇ ਵਿੱਚ ਇੱਕ ਜਥੇਦਾਰ ਸਿੰਘ, ਉਹਨੇ ਆਪ ਦਾ ਨਾਂ ਹੀ ਸਵਾਮੀ ਜੀ ਰਖਾਇਆ ਹੋਇਆ ਸੀ। ਹੁਣ ਉਹ ਚੜ੍ਹਾਈ ਕਰ ਗਿਆ। ਜਿਸ ਤਰ੍ਹਾਂ ਕਈ ਆਪਣੇ ਆਪ ਨੂੰ ਠਾਕੁਰ ਜੀ ਅਖਮਾਉਂਦੇ ਨੇ, ਇਉਂ ਸਵਾਮੀ ਤਾਂ ਬਥੇਰੇ ਨੇ। ਪਾਤਸ਼ਾਹ ਕਹਿੰਦੇ ਨਹੀਂ ਭਾਈ, ਹਰ ਸਗਲ ਦੇਵ ਦੇਵਾ ਜੋ ਹਰੀ ਪਰਮੇਸ਼ਰ ਸਾਰਿਆਂ ਦੇਵਤਿਆਂ ਦੇ ਪੂਜਣੇ ਯੋਗ ਹੈ, ਉਸ ਨੂੰ ਮਨ ਵਿੱਚ ਜਪਣਾ ਕਰ। हे ਗੁਰੂ ਜੀ, ਸਾਰੇ ਦੇਵਤਿਆਂ ਦਾ ਦੇਵਤਾ ਇੰਦਰ ਹੈ। ਤਾਂ ਸਹਿ ਫਰਮਾਉਂਦੇ ਨੇ ਸ੍ਰੀ ਰਾਮ ਸ੍ਰੀ ਸ਼੍ਰੋਮਣੀ ਰਾਮ ਨੂੰ ਜਪੋ। हे ਗੁਰੂ ਜੀ, ਸ੍ਰੀ ਰਾਮ ਦਾ ਤ੍ਰੇਤੀ ਯੁਗ ਦੇ ਅਵਤਾਰ
ਪਰਿਵਾਰ। ਸ੍ਰੀ ਰਾਮਚੰਦਰ ਜੀ ਦਾ ਨਾਮ ਵੀ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਰਾਮ ਨਾਮਾ ਇਹ ਪਿਆਰੇ ਸਭ ਥਾਵਾਂ ਦੇ ਵਿੱਚ ਰਮੇ ਹੋਏ ਪਰਮੇਸ਼ਰ ਦਾ ਨਾਮ ਅੰਮ੍ਰਿਤ ਆਪਣੇ ਮਨ ਵਿੱਚ ਜਪਣਾ ਕਰ। ਹਰ ਪ੍ਰੀਤਮ ਮੋਰਾ ਉਹੀ ਹਰੀ ਪਰਮੇਸ਼ਰ ਮੇਰਾ ਪ੍ਰੀਤਮ ਪਿਆਰਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਜਿਤ ਗ੍ਰਹਿ ਗੁਣ ਗਾਵਤੇ ਜਿਸ ਹਿਰਦੇ ਰੂਪੀ ਘਰ ਵਿੱਚ ਮਨ ਕਰਕੇ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਨੇ। ਹਰ ਕੇ ਗੁਣ ਗਾਵਤੇ ਸਰੀਰ ਕਰਕੇ ਹਰੀ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਹਨ। ਰਾਮ ਗੁਣ ਗਾਵਤੇ ਅਤੇ ਬਾਣੀ ਕਰਕੇ ਵੀ ਰਾਮ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਹਨ। ਜਿਤ ਗ੍ਰਹਿ ਵਾਜੇ ਪੰਜ ਸ਼ਬਦ ਸੋ ਉਸ ਹਿਰਦੇ ਰੂਪੀ ਘਰ ਵਿੱਚ 5 ਪ੍ਰਕਾਰ ਦੇ ਤਾਰ, ਚਮੜੇ ਦੇ, ਧਾਤ ਦੇ, ਘੜੇ ਦੇ, ਫੂਕ ਵਾਲੇ ਵਾਜੇ, ਵਾਜਿਆਂ ਦੇ ਸ਼ਬਦ ਮਤਲਬ ਆਵਾਜ਼, ਇਹ ਵੱਜਦੇ ਹਨ। ਵਡ ਭਾਗ ਮਥੁਰਾ ਜਾਂ ਪੰਜ ਚੇਤਨ ਸ਼ਬਦ ਬ੍ਰਹਮ ਵਾਜੇ ਪ੍ਰਗਟ ਸਾਖਿਆਤ ਹੋ ਜਾਂਦਾ, ਪਰ ਉਸ ਦੇ ਹਿਰਦੇ ਵਿੱਚ ਬ੍ਰਹਮ ਸਾਖਿਆਤ ਹੁੰਦਾ ਹੈ। ਜਿਸ ਦੇ ਮੱਥੇ ਦੇ ਵੱਡੇ ਭਾਗ ਵੱਡੇ ਕਰਮ ਹਨ। ਜਾਂ ਸੋ ਇਸੇ ਪ੍ਰਕਾਰ ਮਹਾਰਾਜ ਫਰਮਾਉਂਦੇ ਨੇ। ਜਿਤ ਗ੍ਰਹਿ ਗੁਣ ਗਾਵਤੇ ਜਿਸ ਦੇ ਪ੍ਰਤੱਖ ਘਰ ਜਾਂ ਹਿਰਦੇ ਰੂਪੀ ਘਰ ਵਿੱਚ ਗੁਣ ਗਾਏ ਜਾਂਦੇ ਨੇ ਵਾਹਿਗੁਰੂ ਜੀ ਦੇ। ਇਹ ਗੁਰੂ ਜੀ ਕਿਸ ਦੇ ਗੁਣ ਗਾਏ ਜਾਂਦੇ ਨੇ? ਮਹਾਰਾਜ ਕਹਿੰਦੇ ਤੈਨੂੰ ਪਹਿਲਾਂ ਹੀ ਦੱਸਿਆ ਹੈ ਕਿ ਅਸੀਂ ਗੱਲ ਕਰਨੀ ਰੱਬ ਦੀ ਹੈ, ਤੂੰ ਕਿਉਂ ਪੁੱਛ ਰਿਹਾ ਵੀ ਕਿਹਦੇ ਗੁਣ ਗਾਏ ਜਾਂਦੇ? ਕਿਸੇ ਬੰਦੇ ਦੇ ਗੁਣ ਗਾਉਣ ਦਾ ਕੋਈ ਫਾਇਦਾ ਹੀ ਨਹੀਂ। ਦੁਨੀਆ ਨਾਸਾ ਲਾਹੇ ਜੋ ਮਰ ਵੰਜਸੀ, ਲੋਕਾ ਨਾਸਾ ਲਾਹੇ ਜੋ ਮਰ ਖਾਕ ਥੀ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀ ਹੈ। ਸੱਚਾ ਵੀ ਪ੍ਰਵਾਹੋ। ਅਸੀਂ ਆਪ ਦੀ ਘਰ ਵਾਲੀ ਨੂੰ, ਧੀਆਂ ਪੁੱਤਾਂ ਨੂੰ ਤਾਂ ਸਲਾਉਂਦੇ ਥੱਕਦੇ ਨਹੀਂ, ਤੇ ਰੱਬ ਦੀ ਸਿਫਤ ਦੇ ਅੱਗੋਂ ਨਹੀਂ ਲੰਘਦੇ। ਇਉਂ ਦੁਨੀਆ ਦੀ ਸਿਫਤ ਦਾ ਕੋਈ ਲਾਭ ਨਹੀਂ ਹੈ। ਜੇ ਵਾਹੋ ਵਾਹੋ ਕਹਿਣਾ ਕਿਸੇ ਦੁਨਿਆਵੀ ਪੁਰਸ਼ ਇਸਤਰੀ ਨੂੰ ਨਹੀਂ। ਮਹਾਰਾਜ ਕਹਿੰਦੇ ਨੇ ਹਰ ਕੇ ਗੁਣ ਗਾਵਤੇ ਇਹ ਭਾਈ ਹਰੀ ਦੇ ਗੁਣ ਗਾਏ ਜਾਂਦੇ ਨੇ ਗੁਰਦੁਆਰੇ। ਇੱਥੇ ਸਿਖਾਇਆ ਵੀ ਇਹੀ ਜਾਂਦਾ ਹੈ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਅਰਦੀਦਾਰ ਖਾਲਸੇ ਦਾ ਕਰਨਾ ਹੈ। ਰਾਮ ਗੁਣ ਗਾਵਤੇ ਇਹ ਗੁਰੂ ਜੀ ਹਰ ਨਾਮ ਤਾਂ ਡੱਡੂ ਦਾ ਵੀ ਹੈ, ਹਰ ਨਾਮ ਦਾ ਬਾਂਦਰ ਦਾ ਵੀ ਹੈ, ਹਰ ਹਾਥੀ ਦਾ ਵੀ ਨਾਮ ਹੈ। ਤੁਸੀਂ ਕੀ ਆਖਿਆ ਹੈ? ਮਾਰੇ ਕਹਿੰਦੇ ਕਮਲਿਆ ਰਾਮ ਗੁਣ ਗਾਵਤੇ। ਅਸੀਂ ਹਰੀ ਰਾਮ ਨੂੰ ਆਖਿਆ। ਇਹ ਭਾਈ ਜੋ ਰਮਿਆ ਹੋਇਆ ਪਰਮੇਸ਼ਰ ਉਸ ਦੇ ਗੁਣ ਗਾਏ ਜਾਂਦੇ ਹਨ। ਜਿਤ ਗ੍ਰਹਿ ਵਾਜੇ ਪੰਜ ਸ਼ਬਦ ਉਸ ਹਿਰਦੇ ਰੂਪੀ ਘਰ ਵਿੱਚ 5 ਪ੍ਰਕਾਰ ਦੇ ਵਾਜੇ ਵੱਜ ਆਏ ਹਨ। ਜਾਂ ਚੇਤਨ ਬ੍ਰਹਮ ਪ੍ਰਗਟ ਹੋ ਜਾਂਦਾ ਹੈ, ਪਰ ਉਸ ਦੇ ਹਿਰਦੇ ਵਿੱਚ ਬ੍ਰਹਮ ਸਾਖਿਆਤ ਹੁੰਦਾ ਹੈ। ਵਡ ਭਾਗ ਮਥੁਰਾ ਜਿਸ ਦੇ ਮੱਥੇ ਦੇ ਵੱਡੇ ਭਾਗ ਵੱਡੇ ਕਰਮ ਹਨ। ਜਾਣ ਕੇ ਸਭ ਪਾਪ ਗਏ ਇਸ ਗੁਰਮੁਖ ਜਨ ਦੇ ਸਾਰੇ ਪਾਪ ਚਲੇ ਗਏ ਹਨ। ਸਭ ਦੁਖ ਗਏ ਸਾਰੇ ਰਾਗ ਦ્વੈ ਖਾਦਕ ਦੋਸ਼ ਵੀ ਚਲੇ ਗਏ ਨੇ। ਸਭ ਰੋਗ ਗਏ ਸਾਰੇ ਹੰਕਾਰ ਆਦਿਕ ਦੇ ਰੋਗ ਵੀ ਚਲੇ ਗਏ ਹਨ। ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ। ਵੇਖੋ ਲੋਕ ਕਹਿੰਦੇ ਸਮਝ ਨਹੀਂ ਆਉਂਦੀ। ਦੱਸੋ ਇਹਦੇ 'ਚ ਕੀ ਔਖਾ? ਖੜਾ ਹੋ ਕੇ ਕੋਈ ਦੱਸੇ ਵੀ ਸਮਝ ਨਹੀਂ ਆਈ। ਉਹ ਬਹਾਨੇ ਜਿੰਨੇ ਮਰਜ਼ੀ ਬਣਾਈ ਜਾਈਏ ਵੀ ਸਾਨੂੰ ਸਮਝ ਨਹੀਂ ਆਉਂਦੀ ਜੀ, ਕੀਰਤਨ ਦਾ ਪਤਾ ਨਹੀਂ ਲੱਗਦਾ ਜੀ, ਕਥਾ 'ਚ ਪਤਾ ਨਹੀਂ ਲੱਗਦਾ ਜੀ। ਇਹ ਸਾਡੇ ਬਹਾਨੇ ਨੇ।
ਪੰਜਾਬੀ ਬੋਲੀ ਹੈ, ਕੋਈ ਅੰਗਰੇਜ਼ੀ ਨਹੀਂ, ਕੋਈ ਫਾਰਸੀ ਨਹੀਂ, ਕੋਈ ਹਿੰਦੀ ਨਹੀਂ, ਸਿੱਧੀ ਠੇਠ ਪੰਜਾਬੀ ਸਾਡੀ ਮਾਂ ਬੋਲੀ। ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ, ਸਿੱਧੇ ਅੱਖਰ ਨੇ, ਅਰਥ ਕਰਨ ਦੀ ਵੀ ਨਹੀਂ ਲੋੜ ਹੈ, ਇਕੱਲਾ ਭਾਵੇਂ ਪਾਠ ਹੀ ਕਰੀ ਜਾਓ ਤੇ ਝੱਟ ਹੀ ਸਮਝ ਪੈ ਜਾਂਦੀ ਹੈ। ਹੁਣ ਜਦ ਆਪਾਂ ਸੁਣਨਾ ਹੀ ਨਹੀਂ, ਪੜ੍ਹਨਾ ਹੀ ਨਹੀਂ ਤੇ ਸਮਝ ਆਵੇਗੀ ਕਿੱਥੋਂ। ਮਹਾਰਾਜ ਕਹਿੰਦੇ ਨੇ ਉਹਨਾਂ ਗੁਰਮੁਖਾਂ ਦੇ ਸਾਰੇ ਹੰਕਾਰ ਤੇ ਜਿਹੜੇ ਹਉਮੈ ਦੀਰਘ ਰੋਗ ਹੈ, ਹੰਕਾਰ ਦਾ ਕੈਂਸਰ ਦਾ ਰੋਗ ਹੈ, ਜਾਂ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਆਦਿਕ ਵਿਕਾਰ, ਉਹ ਵੀ ਚਲੇ ਗਏ ਹਨ। ਤਿਨ ਜਾਣ ਕੇ ਇਸ ਗੁਰਮੁਖ ਜਨ ਦੇ ਹਰ ਮਾਰ ਕੱਢੇ ਪੰਜ ਚੋਰਾ। ਹਰੀ ਨੇ ਪੰਜ ਜਿਹੜੇ ਚੋਰ ਸਨ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਵੀ ਮਾਰ ਕੇ ਅੰਦਰੋਂ ਕੱਢ ਦਿੱਤੇ ਨੇ। ਜਾਂ ਹਰੀ ਨੇ ਕਿਰਪਾ ਕਰਕੇ ਸਮਦਮ ਸਾਧਨਾ ਦੀ ਮਾਰ ਪਾ ਕੇ ਪੰਜੇ ਵਿਸ਼ੇ ਰੂਪੀ ਚੋਰ ਅੰਦਰੋਂ ਕੱਢ ਦਿੱਤੇ ਹਨ। ਹਰ ਰਾਮ ਬੋਲਹੁ ਹਰ ਸਾਧੂ। ਹੇ ਭਾਈ, ਹਰੀ ਪਰਮੇਸ਼ਰ ਦੇ ਸਾਧੂ ਸੰਤ ਜਨਾਂ ਦੇ ਨਾਲ ਮਿਲ ਕੇ ਰਮੇ ਹੋਏ ਹਰੀ ਪਰਮੇਸ਼ਰ ਦੇ ਨਾਮ ਨੂੰ ਬੋਲੋ। ਬੋਲ ਹਰ ਨਾਮ ਸਫਲ ਸਾ ਕਰੀ। ਵਾਹਿਗੁਰੂ ਨਾਮ ਨੂੰ ਉਚਾਰੋ। ਹਰ ਕੇ ਜਨ ਸਾਧੂ। ਜੋ ਨਾਮ ਨੂੰ ਉਚਾਰਨਾ ਕਰਦੇ ਨੇ ਉਹੀ ਹਰੀ ਪਰਮੇਸ਼ਰ ਦੇ ਸਾਧੂ ਸ੍ਰੇਸ਼ਟ ਸੰਤ ਜਨ ਹਨ। ਅੱਜ ਕੱਲ੍ਹ ਦੇ ਸਾਧੂਆਂ ਵਾਂਗ ਫੇਸਬੁੱਕ ਦੇ ਗਿਆਨੀ ਨਹੀਂ, YouTube ਦੇ ਸੰਤ ਨਹੀਂ ਹਨ, ਕੈਮਰੇ ਦੇ ਰਾਗੀ ਨਹੀਂ ਹਨ। ਸੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਉਸਤਤੀ ਕਰਨ ਦੀ ਆਗਿਆ ਹੈ। ਧੰਨ ਧੰਨ ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਜੀ, ਗੁਰਦੁਆਰਾ ਸ੍ਰੀ ਨਾਨਕਸਰ ਕਲੀਰਾਂ ਵਾਲੇ ਬਾਬਾ ਜੀ। ਮੈਂ ਉਹਨਾਂ ਦੇ ਦਰਸ਼ਨ ਤਾਂ ਨਹੀਂ ਕੀਤੇ, ਪਰ ਉਹਨਾਂ ਦੇ ਸੇਵਕਾਂ ਦੇ ਘਰ ਜ਼ਰੂਰ ਰਿਹਾ ਹਾਂ। ਔਰ ਅੱਜ ਤੱਕ ਮੈਨੂੰ ਯਾਦ ਹੈ, ਜੋਗੀਵਾਲ ਦੇ ਸਾਹਮਣੇ ਪਿੰਡ ਸੀਗਾ, ਕੋਈ ਆਨੰਦ ਕਾਰਜ ਕਰਾਉਣ ਗਏ, ਰਾਗੀ ਕਾਰਜ ਸੋਂ ਸੱਚਖੰਡ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਮੇਰੇ ਨਾਲ ਸੀਗੇ। ਉਹ ਥੋੜ੍ਹੇ ਹਾਸੇ ਮਖੌਲ ਵਾਲੇ, ਇੰਨੇ ਪਿਆਰ ਵਾਲੇ ਗੁਰਮੁਖਾਂ ਦੇ ਦਰਸ਼ਨ ਹੋਏ ਵੀ ਘਰ 'ਚ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ। ਸੁਰ ਨੂੰ ਇੱਕ ਵੀ ਨਹੀਂ ਆਉਂਦੀ। ਜੱਟਾਂ ਦਾ ਘਰ, ਮੱਝਾਂ ਗਾਵਾਂ ਰੱਖੀਆਂ ਹੋਈਆਂ, ਪਰ ਕੱਪੜੇ ਚਿੱਟੇ ਪਾਏ ਸੰਤਾਂ ਵਾਂਗ, ਨਾ ਸੁਰ ਤੇ ਨਾ ਤਾਲ, ਨਾ ਬਾਣੀ ਦਾ ਪਾਠ। ਸਿੱਧਾ ਸਾਦਾ ਗੁਰਮੁਖ, ਇੰਨਾ ਪਿਆਰ ਉਹਦੇ ਮਨ 'ਚ ਵਾਜਾ ਰੱਖਿਆ ਹੋਇਆ। ਅਸੀਂ ਕਿਹਾ ਕੀਰਤਨ ਕਰਕੇ ਸੁਣਾ। ਕਹਿੰਦਾ ਮੈਂ ਰੋਜ਼ ਆਸਾ ਦੀ ਵਾਰ ਲਾਉਣਾ, ਤੇ ਬਾਬਾ ਜੀ ਦੀ ਇਹ ਮਰਜ਼ਾਦਾ ਗੁਰੂ ਗ੍ਰੰਥ ਸਾਹਿਬ ਵੱਲ ਮੂੰਹ ਕਰਕੇ ਆਸਾ ਦੀ ਵਾਰ ਮਹਾਰਾਜ ਨੂੰ ਸੁਣਾਉਣੀ ਹੈ, ਭਾਵੇਂ ਕੋਈ ਸੁਣੇ ਨਾ ਸੁਣੇ। ਇੰਨਾ ਪਿਆਰ। ਜਦੋਂ ਨੇ ਲੰਗਰ ਵਰਤਾਉਣ ਲੱਗਣਾ ਤੇ ਮਹਾਂਪੁਰਖਾਂ ਦੀ ਸਾਖੀ, ਉਹਨਾਂ ਦਾ ਨਾਮ ਲੈ ਦੇਣਾ, ਉਹਨੇ ਉੱਥੇ ਰੋਟੀਆਂ ਰੱਖ ਕੇ ਤੇ ਚੌਂਕੜਾ ਮਾਰ ਕੇ ਕਥਾ ਸੁਣਾਉਣ ਲੱਗ ਪੈਣਾ, ਅੱਖਾਂ ਬੰਦ ਕਰਕੇ। ਸੱਚਮੁੱਚ ਇਸੇ ਤਰ੍ਹਾਂ ਹੀ ਅਸੀਂ ਮੂੰਹ ਵੱਲ ਵੇਖਣਾ ਤੇ ਉਹ ਰਾਗੀ ਜੀ ਨੇ ਹੱਸੀ ਜਾਣਾ ਵੀ ਵੇਖੋ ਕਿੰਨੇ ਪਿਆਰ ਵਾਲੇ ਗੁਰਮੁਖ। ਘਰਦਿਆਂ ਨੇ ਆ ਕੇ ਹਿਲਾਉਣਾ ਦੇਣਾ ਵੀ ਤੁਸੀਂ ਤਾਂ ਪ੍ਰਸ਼ਾਦਾ ਵਰਤਾ ਰਹੇ, ਸਿੰਘ ਤੁਹਾਡੇ ਮੂੰਹ ਵੱਲ ਵੇਖ ਰਹੇ, ਉਹਨਾਂ ਦੇ ਹੱਥ 'ਤੇ ਪ੍ਰਸ਼ਾਦਾ ਰੱਖੋ। ਅੱਜ ਕੱਲ੍ਹ ਦੇ ਸਾਧੂ ਸੰਤ ਉਹ ਤਾਂ ਆਪਣੇ ਨਾਲ ਪੂਰਾ ਸਟੂਡੀਓ ਹੀ ਲਈ ਫਿਰਦੇ ਨੇ, ਕੈਮਰੇਮੈਨ ਜਿਸ ਤਰ੍ਹਾਂ ਐਕਟਰ ਹੋਣ, ਦੁਨੀਆ 'ਚ ਪ੍ਰਸਿੱਧੀ ਮਸ਼ਹੂਰੀ ਖੱਟਣ ਲਈ ਨਿੱਕੇ ਨਿੱਕੇ ਕਮੈਂਟਾਂ ਦੇ ਬਕਵਾਸ ਮਾਰੀ ਜਾਣੀ। ਮੈਨੂੰ ਮਾਫ ਕਰਨਾ, ਬਾਣੀ ਦਾ ਅਰਥ ਕੋਈ ਨਹੀਂ ਆਉਂਦਾ, ਤੇ ਨਾ ਕੋਈ ਕੀਰਤਨ ਦਾ ਕੋਈ ਸ਼ਬਦ, ਨਾ ਕੋਈ ਸੰਗਤ। ਅਖੰਡ ਕੀਰਤਨੀਏ ਵੇਖੋ, ਭਾਈ ਰਣਧੀਰ ਸਿੰਘ ਜੀ ਦੇ ਜਥੇ ਦੇ ਮੈਂਬਰ ਜਦੋਂ ਵਾਜੇ 'ਤੇ ਬੈਠ ਕੇ ਕੀਰਤਨ ਕਰਦੇ ਨੇ ਹਜ਼ੂਰੀ ਦੇ ਵਿੱਚ, ਤੇ ਇਹਨਾਂ ਵਜਦ ਦੇ ਵਿੱਚ, ਤਾਲ ਦੇ ਵਿੱਚ, ਸੁਰ ਦੇ ਵਿੱਚ ਆਉਂਦੇ ਨੇ ਵੀ ਲੋਕ ਝੂਮਣ ਲੱਗ ਪੈਂਦੇ ਨੇ, ਸਭ ਸਿਰ ਮਾਰਨ ਲੱਗ ਪੈਂਦੇ। ਕਿੰਨੇ ਆਨੰਦ ਵਿੱਚ। ਗੁਰੂ ਘਰ ਦੇ ਵਿੱਚ ਨਿੰਦਿਆ ਚੁਗਲੀ ਨਹੀਂ ਸਿਖਾਈ ਜਾਂਦੀ ਹੈ। ਜੇ ਗੁਣ ਗਾਉਣੇ ਨੇ ਤਾਂ ਰੱਬ ਦੇ ਗਾਉਣੇ ਨੇ। ਇਹ ਗੁਰਮੁਖੋ ਜਿਹੜੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਬੋਲਦੇ ਨੇ, ਉਚਾਰਦੇ ਹਨ, ਉਹੀ ਹਰੀ ਪਰਮੇਸ਼ਰ ਦੇ ਸ੍ਰੇਸ਼ਟ ਸੰਤ ਜਨ ਸਾਧੂ ਹਨ। ਜਗਦੀਸ਼ ਜਪਹੁ। ਤੇ ਇਸ ਲਈ ਹੇ ਭਾਈ, ਤੁਹਾਨੂੰ ਵੀ ਆਗਿਆ ਹੈ ਕਿ ਜਗਤ ਦੇ ਈਸ਼ਰ ਪਰਮੇਸ਼ਰ ਦੇ ਨਾਮ ਨੂੰ ਜਪੋ ਤੇ ਨਿਰਾ
ਸਰੀਰ ਕਰਕੇ ਹੀ ਨਾ ਜਪੋ, ਮਨ ਬਚਨ ਕਰਮ ਮਨ ਕਰਕੇ ਵੀ ਜਪੋ। ਇਹ ਨਹੀਂ ਵੀ ਮਨ ਦੌੜਿਆ ਫਿਰਦਾ ਰਹੇ, ਬਾਣੀ ਕਰਕੇ ਵੀ ਜਪੋ ਤੇ ਕਰਮ ਸਰੀਰ ਕਰਕੇ ਵੀ ਚੌਂਕੜਾ ਮਾਰ ਕੇ ਹਾਜ਼ਰੀ ਭਰੋ। ਹਰ ਹਰ ਆਰਾਧੂ ਇਹ ਭਾਈ ਜਿਸ ਅਰਾਧਨ ਯੋਗ ਹਰੀ ਪਰਮੇਸ਼ਰ ਨੂੰ, ਹਰੀ ਪਰਮੇਸ਼ਰ ਦੇ ਜਿਹੜੇ ਸੰਤ ਜਨ ਅਰਾਧਦੇ ਨੇ, ਹਰ ਕੇ ਜਨ ਸਾਧੂ ਹਰੀ ਦੇ ਉਹ ਜਨ ਬਣ ਜਾਂਦੇ, ਉਹ ਸ੍ਰੇਸ਼ਟ ਸਾਧੂ ਬਣ ਜਾਂਦੇ। ਉਸ ਪਰਮੇਸ਼ਰ ਨੂੰ ਤੁਸੀਂ ਵੀ ਅਰਾਧਨਾ ਕਰੋ ਜੇ ਤੁਸੀਂ ਵੀ ਸਾਧੂ ਸੰਤ ਬਣਨਾ ਚਾਹੁੰਦੇ ਹੋ। ਇਸੇ ਪ੍ਰਕਾਰ ਜਗਦੀਸ਼ ਜਪਹੁ ਜਗਦੀਸ਼, ਜਗਤ ਦੇ ਈਸ਼ਰ ਮਾਲਕ ਵਾਹਿਗੁਰੂ ਨੂੰ ਜਪੋ, ਪਰਮੇਸ਼ਰ ਨੂੰ। ਮਨ ਬਚਨ ਕਰਮ ਹਰ ਹਰ ਆਰਾਧੂ। ਜੋ ਸੰਤ ਜਨ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਨੂੰ ਜਪਣ ਵਾਲੇ ਨੇ, ਉਹਨਾਂ ਹਰੀ ਦੇ, ਹਰ ਕੇ ਜਨ ਸਾਧੂ ਹਰੀ ਦੇ ਸਾਧੂ ਸੰਤਾਂ ਨੂੰ ਮਿਲ ਕੇ ਹਰੀ ਪਰਮੇਸ਼ਰ ਨੂੰ ਤੁਸੀਂ ਵੀ ਆਰਾਧਨਾ ਕਰੋ ਭਾਈ। ਹਰ ਰਾਮ ਬੋਲ ਇਹ ਭਾਈ ਰਮੰਤੀ ਸਾ ਰਾਮਾ, ਰਮੇ ਹੋਏ ਹਰੀ ਪਰਮੇਸ਼ਰ ਦੇ ਨਾਮ ਨੂੰ ਬੋਲੋ, ਹਰ ਉੱਚੀ ਬੋਲੋ। ਹਰ ਰਾਮ ਬੋਲ ਹਾਂ ਭਾਈ, ਰਮੇ ਹੋਏ ਪਰਮੇਸ਼ਰ ਦਾ ਨਾਮ ਮਨ ਬਾਣੀ ਸਰੀਰ ਕਰਕੇ ਉੱਚੀ ਬੋਲਣਾ ਕਰੋ, ਜਪਣਾ ਕਰੋ। ਕਿਸੇ ਧੀ ਪੁੱਤ ਦਾ ਵਿਆਹ ਹੋਵੇ ਤੇ ਗਾਉਣ ਦੀ ਬਜਾਏ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਇਹ ਗੁਰੂ ਜੀ ਦੀ ਆਗਿਆ ਹੈ ਕਿ ਜੇ ਸ਼ਬਦ ਗਾਉਣਾ ਹੈ ਤਾਂ ਹਰੀ ਦਾ ਗਾਓ ਭਾਈ। ਥੋੜੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ, ਵਾਜਾ ਫੜੋ ਕੀਰਤਨ ਕਰੋ, ਜਿੰਨਾ ਮਰਜ਼ੀ ਉੱਚੀ ਬੋਲੀ ਜਾਓ। ਜੇ ਮਹਾਰਾਜ ਨੇ ਤੁਹਾਨੂੰ ਸੋਹਣੀ ਆਵਾਜ਼ ਦਿੱਤੀ ਹੈ ਤੇ ਸ਼ਬਦ ਕੀਰਤਨ ਗਾਵੋ, ਹਰੀ ਦੇ ਗੁਣ ਗਾਵੋ, ਸ਼ਬਦ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ। ਸੋ ਇਉਂ ਮਹਾਰਾਜ ਕਥਨ ਕਰਦੇ ਹਨ ਕਿ ਸਾਧੂ ਸੰਤਾਂ ਨਾਲ ਮਿਲ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਬੋਲੋ, ਸਭ ਪਾਪ ਗਵਾਦੂ। ਤਾਂ ਤੁਹਾਡੇ ਸਾਰੇ ਜਨਮਾਂਤਰਾਂ ਦੇ ਪਾਪ ਗੁਨਾਹ ਗਵਾ ਦੂਰ ਕਰ ਦੇਵੇਗਾ ਪਰਮਾਤਮਾ। ਤੁਸੀਂ ਦੂਰ ਕਰ ਲਵੋਗੇ ਦੁੱਖ ਰੋਗ ਸੰਤਾਪ ਤਰੇ, ਸੁਣੀ ਸੱਚੀ ਬਾਣੀ। ਰਾਮ ਬੋਲ ਇਹ ਭਾਈ ਹਰੀ ਦੇ ਨਾਮ ਨੂੰ ਬੋਲ, ਉਚਾਰਨ ਕਰ। ਇਹ ਗੁਰੂ ਜੀ ਹਰ ਤਾਂ ਹਰ ਇੱਕ ਦਾ ਵਾਚਕ ਵੀ ਹੈ। ਕਿਹੜੇ ਹਰੀ ਦੀ ਗੱਲ ਕਰਦੇ ਹੋ? ਕਹਿੰਦੇ ਹਨ ਰਾਮ ਬੋਲ, ਹਰ ਰਾਮ ਬੋਲੋ। ਸੋ ਹਰੀ ਨੇ ਨਾਮ ਨੂੰ ਬੋਲਣਾ ਕਰੋ। ਕਹਿੰਦੇ ਕਿਸ ਹਰੀ ਦੀ ਗੱਲ ਕਰਦੇ ਹੋ? ਕਹਿੰਦੇ ਰਾਮ ਬੋਲ, ਰਾਮ ਦੇ ਤਾਈ ਬੋਲਣਾ, ਉਚਾਰਨ ਕਰੋ। ਹਰ ਰਾਮ ਬੋਲ। ਜਿਹੜਾ ਹਰੀ ਸਭ ਨੂੰ ਹਰੇ ਪਰੇ ਕਰਨੇ ਵਾਲਾ ਹੈ, ਉਸ ਰਮੇ ਹੋਏ ਵਾਹਿਗੁਰੂ ਦੇ ਨਾਮ ਨੂੰ ਬੋਲੋ। ਨਿਤ ਨਿਤ ਜਾਗਰਣ ਕਰਹੁ। ਰਾਮ ਦਾ ਤ੍ਰੇਤੇ ਯੁੱਗ ਦੇ ਅਵਤਾਰ ਰਾਮਚੰਦਰ ਦਾ ਵੀ ਨਾਮ ਹੈ। ਨਹੀਂ ਭਾਈ, ਜਿਹੜਾ ਆਪਣੀ ਚੇਤਨ ਸੱਤਾ ਦੇ ਨਾਲ ਹਰ ਹਰੇ ਪਰੇ ਕਰਨ ਵਾਲਾ ਰਮਿਆ ਹੋਇਆ ਪਰਮੇਸ਼ਰ, ਉਸ ਦੇ ਨਾਮ ਨੂੰ ਬੋਲਣਾ, ਉਚਾਰਨਾ ਕਰੋ, ਤਾਂ ਹਰੀ ਨਾਮ ਤੁਹਾਡੇ ਸਾਰੇ ਪਾਪ ਗਵਾਦੂ, ਸਾਰੇ ਪਾਪ ਗਵਾ ਦੇਵੇਗਾ। ਨਿਤ ਨਿਤ ਜਾਗਰਣ ਕਰਹੁ। ਜਿਹੜਾ ਜਗਰਾਤਾ ਕਰਨਾ ਹੈ, ਪੰਜਾਬੀ 'ਚ ਜਗਰਾਤਾ ਤੇ ਹਿੰਦੀ 'ਚ ਜਾਗਰਣ, ਮਤਲਬ ਸਾਰੀ ਰਾਤ ਜਾਗਦੇ ਰਹਿਣਾ। हे ਭਾਈ, ਨਿਤ ਨਿਤ ਹਮੇਸ਼ਾ ਨਿਤ ਪ੍ਰਤੀ ਵਿਦਿਆ ਰੂਪ ਨੀਂਦ ਨੂੰ ਤਿਆਗ ਕੇ ਗਿਆਨ ਅਵਸਥਾ ਵਿੱਚ ਜਾਗਣਾ ਕਰੋ। ਜਿਵੇਂ ਅਖੰਡ ਕੀਰਤਨੀ ਗੁਰਮੁਖ ਸੈਚਰਡੇ ਦੀ ਰਾਤ ਨੂੰ ਆਮ ਹੀ ਅਖੰਡ ਕੀਰਤਨ ਦਿਨ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ। ਸਾਰੀ ਰਾਤ ਜਾ ਕੇ ਕੀਰਤਨ ਕਰਦੇ ਨੇ, ਕਦੇ ਲੜੀ ਟੁੱਟਣ ਨਹੀਂ ਦਿੰਦੇ। ਜਦ ਸ਼ਬਦ ਸਮਾਪਤ ਹੁੰਦਾ ਤਾਂ ਸਾਰੇ ਵਾਹਿਗੁਰੂ 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 ਗਾਉਂਦੇ ਨੇ।
ਇਹ ਮਹਾਰਾਜ ਦਾ ਮਾਰੂ ਰਾਗ ਵਿੱਚ ਹੁਕਮ ਹੈ। ਮਾਰੂ ਮਹੱਲਾ ਪੰਜਵਾ ਕਹਿੰਦੇ ਜਾਗਣਾ ਜਗ ਨੀਕਾ ਹਰ ਕੀਰਤਨ ਮੈਂ ਜਾਗਣਾ। ਜੇ ਜਾਗਣਾ ਹੈ ਤਾਂ ਹਰੀ ਦੇ ਕੀਰਤਨ ਦੇ ਵਿੱਚ ਜਾਗਣਾ ਕਰੋ ਤੇ ਨਿਤਾ ਪ੍ਰਤੀ ਜਾ ਕੇ ਭਜਨ ਕਰੋ। ਸਦਾ ਸਦਾ ਆਨੰਦ ਫਿਰ ਤੁਹਾਨੂੰ ਸਦਾ ਸਦੀਵ ਆਨੰਦ ਸੁਖ ਪ੍ਰਾਪਤ ਹੋ ਜਾਵੇਗਾ। ਜਿਹੜਾ ਹਮੇਸ਼ਾ ਰਹਿਣ ਵਾਲਾ ਆਨੰਦ ਹੈ ਉਹ ਤੁਹਾਨੂੰ ਮਿਲ ਜਾਵੇਗਾ। ਜਪ ਜਗਦੀਸੂਰਾ ਜਗਤ ਈਸ਼ਰ ਵਾਹਿਗੁਰੂ ਨੂੰ ਜਪਣਾ ਕਰੋ ਗੁਰਮੁਖੋ ਤੇ ਜਾਗ ਕੇ ਭਜਨ ਕਰੋ। ਮਨ ਈਛੇ ਫਲ ਪਾਵਹੁ ਮਹਾਰਾਜ ਮਿਲੇਗਾ ਕੀ? ਤਾਂ ਕਹਿੰਦੇ ਹੈ ਭਾਈ ਤੁਸੀਂ ਪ੍ਰਭੂ ਦਾ ਨਾਮ ਸਿਮਰ ਕੇ ਮਨ ਨਿਸ਼ਚਿਤ ਫਲ ਪਾ ਲਵੋਗੇ। ਕਿਹੜੇ ਮਨ ਨਿਸ਼ਚਿਤ ਫਲ ਪਾ ਲਵਾਂਗੇ ਜੀ? ਦੱਸੋ ਵੀ। ਨਾਮ ਲੈ ਕੇ ਸਤਿਗੁਰੂ ਜੀ ਕਹਿੰਦੇ ਸਭੈ ਫਲ ਪਾਵਹੁ ਜੋ ਵੀ ਤੂੰ ਚਾਹੁੰਦਾ ਹੈ ਸਾਰੇ ਫਲਾਂ ਨੂੰ ਤੁਸੀਂ ਪਾ ਲਵੋਗੇ। ਕਹਿੰਦੇ ਜੀ ਸਾਰੇ ਫਲ ਕਿਹੜੇ ਨੇ? ਪਾਤਸ਼ਾਹ ਫਰਮਾਉਂਦੇ ਨੇ ਧਰਮ ਅਰਥ ਕਾਮ ਮੋਖ। ਧਰਮ ਜਿਵੇਂ ਸਾਡਾ ਸਿੱਖੀ ਧਰਮ ਹੈ, ਅੰਮ੍ਰਿਤ ਛਕ ਕੇ ਰਹਿਤ ਮਰਿਆਦਾ 'ਚ ਪਰਪੱਕ ਰਹਿਣਾ, ਇਹ ਧਰਮ ਹੈ। ਇਹ ਵੀ ਦੀਨ ਵੀ ਪੂਰਾ ਪੂਰਾ ਨਿਭ ਜਾਵੇਗਾ। ਅਰਥ ਨਾਮ ਹੈ ਮਾਇਆ ਦਾ, ਪਦਾਰਥਾਂ ਦਾ। ਇਹ ਪਦਾਰਥ ਮਾਇਆ ਵੀ ਪ੍ਰਾਪਤ ਹੋ ਜਾਵੇਗੀ। ਤੇ ਕਾਮ ਨਾਮ ਹੈ ਕਾਮਨਾਵਾਂ ਦਾ, ਸਾਰੀਆਂ ਕਾਮਨਾਵਾਂ ਦੀ ਵੀ ਪੂਰਤੀ ਹੋ ਜਾਵੇਗੀ। ਕਾਮ ਵਾਸ਼ਨਾ ਵੀ ਖਤਮ ਹੋ ਜਾਵੇਗੀ। ਸਾਰੇ ਕਾਰਜ ਪੂਰੇ ਹੋ ਜਾਣਗੇ। ਕਾਰਜ ਤੇਰਾ ਹੋਵੇ ਪੂਰਾ। ਹਰ 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 ਗੁਣ ਗਾਈ ਮਨ ਮੇਰੇ। ਤੋ ਇਹ ਮੇਰਿਆ ਮਨਾ, ਜੇ ਤੂੰ ਹਰੀ ਦੇ ਗੁਣ ਗਾਵੇਂਗਾ ਤਾਂ ਤੇਰੇ ਕੰਮ ਸੰਪੂਰਨ ਹੋ ਜਾਣਗੇ। ਫਿਰ ਮੋਖ ਮੁਕਤੀ ਦੀ ਪ੍ਰਾਪਤੀ ਵੀ ਹੋ ਜਾਵੇਗੀ। ਜਨ ਨਾਨਕ ਹਰਿ ਸਿਉ ਮਿਲੇ। ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਚੌਥਾ ਸਰੋਵ ਸਤਿਗੁਰੂ ਰਾਮਦਾਸ ਜੀ ਕਥਨ ਕਰਦੇ ਕਿ ਹੇ ਹਰੀ ਪਰਮੇਸ਼ਰ, ਜਿਹੜੇ ਗੁਰਮੁਖ ਜਨ ਤੇਰੇ ਨਾਲ ਮਿਲੇ ਹੋਏ ਹਨ। ਹਰਿ ਭਗਤ ਤੂਰਾ ਇਹ ਹਰੀ ਪਰਮੇਸ਼ਰ ਉਹ ਤੇਰੇ ਅਸਲੀ ਭਗਤ ਨੇ। ਭਗਤ ਤਾਂ ਸਾਰਿਆਂ ਨੂੰ ਹੀ ਕਹਿੰਦੇ ਨੇ। ਆ ਜਗਰਾਤੇ ਵਾਲੇ, ਜਿਹੜਾ ਕੋਈ ਟੱਲੀਆਂ ਵਜਾਉਣ ਵਾਲਾ ਵੀ ਹੋਵੇ ਉਹਨੂੰ ਵੀ ਕਹਿੰਦੇ ਆ ਭਗਤ ਆ ਗਿਆ ਜੀ। ਜਗਰਾਤੇ 'ਚ ਹਾਜ਼ਰੀ ਭਰਨ ਵਾਲਿਆਂ ਨੂੰ ਭਗਤ ਬੋਲਦੇ ਨੇ। ਇਹ ਉਹ ਭਗਤ ਤਾਂ ਸਾਰੇ ਹੀ ਨੇ। ਅਸਲੀ ਭਗਤ ਤਾਂ ਉਹ ਨੇ ਜਿਹੜੇ ਨਾਮ ਜਪ ਕੇ ਹੀ ਹਰੀ ਪਰਮੇਸ਼ਰ ਤੇਰੇ ਵਿੱਚ ਮਿਲੇ ਹੋਏ ਨੇ। ਧੰਨ ਸ਼੍ਰੋਮਣੀ ਭਗਤ ਰਵਿਦਾਸ ਜੀ ਵਰਗੇ, ਭਗਤ ਕਬੀਰ ਜੀ ਵਰਗੇ, ਭਗਤ ਨਾਮਦੇਵ ਜੀ ਵਰਗੇ, ਜਿਨ੍ਹਾਂ ਸਿਰ ਸੁੱਟ ਕੇ ਕੇਵਲ ਬੰਦਗੀ ਕੀਤੀ, ਪੈਸੇ ਦਾ ਮੋਹ ਨਹੀਂ ਕੀਤਾ। ਐਸੇ ਭਗਤ ਤੁਸੀਂ ਬਣ ਜਾਵੋਗੇ। ਹਰਿ ਭਗਤ ਤੂਰਾ। ਸਤਿਗੁਰੂ ਜੀ ਕਥਨ ਕਰਦੇ ਹਨ, ਜਨ ਨਾਨਕ ਹਰਿ ਸਿਉ ਮਿਲੇ। ਉਹ ਜਨ ਪੁਰਖ ਹਰੀ ਪਰਮੇਸ਼ਰ ਦੇ ਨਾਲ ਮਿਲ ਗਏ ਹਨ। ਹਰ ਭਗਤ ਤੂਰਾ, ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੀ ਭਗਤੀ ਕਰਨ ਦੇ ਤੋਰਾ ਨਾਮ ਹੈ ਹੁਕਮ ਦੇ ਵਿੱਚ ਤੋਰਨਾ ਕੀਤਾ, ਚਲਾਉਣਾ ਕੀਤਾ। ਜਾਂ ਜਿਨ੍ਹਾਂ ਨੇ ਗੁਰਾਂ ਦੁਆਰਾ ਹਰੀ ਦੀ ਭਗਤੀ ਕਰਨ ਦਾ ਹੁਕਮ ਮੰਨਿਆ, ਉਹਨਾਂ ਭਗਤਾਂ ਦੇ ਸਾਰੇ ਸੰਸਾਰ ਦੇ ਉੱਪਰ ਤੋਰਾ ਹੁਕਮ ਚੱਲ ਪਿਆ ਹੈ। ਸੋ ਇਸ ਲਈ ਜਿਹੜਾ ਜਾਗਰਣ ਕਰਨਾ ਹੈ, ਭਗਤੀ ਕਰਨੀ ਹੈ, ਪਰਮੇਸ਼ਰ ਦੀ ਹੀ ਕਰਨ ਦੀ ਆਗਿਆ ਹੈ। ਕਿਸੇ ਦੇਵੀ ਦੇਵਤੇ ਦੀ ਉਸਤਤੀ ਕਰੀ ਜਾਣੀ ਸਮੇਂ ਦੀ ਬਰਬਾਦੀ ਹੈ, ਹੋਰ ਕੁਛ ਨਹੀਂ ਹੈ। ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ। ਕਈ ਮੁਰਦਿਆਂ ਨੂੰ ਜਗਾਉਂਦੇ ਨੇ ਜੰਤਰ ਮੰਤਰ ਪੜ੍ਹ ਕੇ। ਕਹਿੰਦੇ ਵਾਹਿਗੁਰੂ ਦਾ ਸਿਮਰਨ ਜੇ ਤੁਸੀਂ ਛੱਡ ਕੇ ਤੇ ਮਸਾਣ ਜਗਾਉਣ ਲਈ ਜਾਓਗੇ, ਜ਼ਿਆਦਾ ਇਹ ਕੰਮ ਜਨਾਨੀਆਂ ਕਰਦੀਆਂ ਨੇ, ਜਾਂ ਜਿਹੜੇ ਬਾਬੇ ਕਾਲੀ ਨੂੰ ਵਾਲੇ ਬੀਬੀਆਂ ਨੂੰ ਉਹਨਾਂ ਆਪ ਦੇ ਪਿੱਛੇ ਲਾਇਆ ਹੁੰਦਾ। ਚਾਰ ਛਿਲੜਾਂ ਪਿੱਛੇ ਪੂਜਾ ਕਰਾਉਣ ਬਦਲੇ, ਪੈਸੇ ਬਦਲੇ
ਉਹਨਾਂ ਨੇ ਇਹ ਬੁਰੀ ਸੰਗਤ ਬਣਾਈ ਹੁੰਦੀ ਹੈ। ਕਿਸੇ ਦਾ ਜਾਦੂ ਪਾ ਦੇਣਾ, ਕਿਸੇ ਦਾ ਕੱਢ ਦੇਣਾ। ਇਹੋ ਜਿਹੇ ਜਿਹੜੇ ਲੋਕ ਨੇ ਸਰਪਣ ਹੋਏ ਕੈ ਅਵਤਰੈ ਜਾਏ ਆਪਣੀ ਖਾਏ। ਜੋ ਬੀਬੀ ਵਾਹਿਗੁਰੂ ਜੀ ਦਾ ਸਿਮਰਨ ਛੱਡ ਕੇ, ਗੁਰਦੁਆਰੇ ਦਾ ਰਾਹ ਛੱਡ ਕੇ ਮਸਾਣਾਂ 'ਚ ਮਸਾਣ ਜਗਾਉਣ ਜਾਂਦੀ ਜਾਂ ਚੌਂਕਾਂ 'ਚ ਨਹਾਉਂਦੀ ਹੈ, ਉਹ ਸਾਧ ਸੰਗਤ ਜੀ ਉਹ ਨਾਗਣ ਹੋ ਕੇ ਸਪਣੀ ਹੋ ਕੇ ਜੰਮਦੀ ਅਤੇ ਆਪਣੇ ਬੱਚਿਆਂ ਨੂੰ ਖਾਂਦੀ ਹੈ। ਕਬੀਰ ਹਰਿ ਕਾ ਸਿਮਰਨ ਛੱਡ ਕੇ ਅਹੋਈ ਰੱਖੈ ਨਾਰ। ਕਬੀਰ ਸਾਹਿਬ ਜੀ ਕਹਿੰਦੇ ਕਿ ਜੇਕਰ ਕੋਈ ਇਸਤਰੀ ਮਾਤਾ ਦੇਵੀ ਦਾ ਵਰਤ ਰੱਖਦੀ ਹੈ, ਅਹੋਈ ਦਾ ਵਰਤ, ਗਦੀ ਹੀ ਹੋਏ ਕਿ ਅਵਤਰੈ ਭਾਰ ਸਹਿ ਮਨ ਚਾਰ। ਉਹ ਖੋਤੀ ਹੋ ਕੇ ਮੁੜ ਜੰਮ ਪੈਂਦੀ ਅਤੇ ਚਾਰ ਮਨ ਬੋਝ ਉਠਾਉਂਦੀ ਹੈ। ਇਸ ਲਈ ਜੇ ਜਾਗਣਾ ਹੈ ਤਾਂ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਜਾਗਣਾ ਹੈ, ਜਿਸ ਦੇ ਨਾਲ ਜੇ ਕਿਸੇ ਦੇ ਮਨ 'ਚ ਪੁੱਤਰ ਦੀ ਆਸਾ ਹੈ ਉਹਨੂੰ ਪੁੱਤਰ ਵੀ ਮਿਲੇਗਾ, ਪੈਸਾ ਚਾਹੁੰਦਾ ਪੈਸਾ ਮਿਲੇਗਾ, ਜੋ ਵੀ ਕੁਛ ਚਾਹੁੰਦਾ ਹੈ। ਮਨ ਇੱਛੇ ਫਲ ਪਾਵੋ ਸਭੈ ਫਲ ਪਾਵੋ। ਧਰਮ ਅਰਥ ਕਾਮ ਮੋਖ ਸਾਰੇ ਪਦਾਰਥ ਮਿਲਣਗੇ ਅਤੇ ਜਨ ਨਾਨਕ ਹਰਿ ਸਿਉ ਮਿਲੇ, ਹਰੀ ਦੇ ਨਾਲ ਵੀ ਮਿਲਾਪ ਹੋ ਜਾਏਗਾ। ਹਰ ਭਗਤ ਤੋਰੈ, ਉਹ ਹਰੀ ਦੇ ਭਗਤ ਬਣ ਜਾਣਗੇ। ਇਹ ਸੱਚੇ ਪਾਤਸ਼ਾਹ ਉਹਨਾਂ ਦਾ ਹੁਕਮ ਸਭ ਸੰਸਾਰ 'ਤੇ ਚੱਲ ਪਵੇਗਾ। ਇਸ ਲਈ ਮਹਾਰਾਜ ਕਹਿੰਦੇ ਵੀ ਨਿਤ ਨਿਤ ਜਾਗਰਣ ਕਰੋ, ਸਦਾ ਸਦਾ ਆਨੰਦ ਜਪ ਜਗਦੀਸ਼ਰ। ਜਗਦੀਸ਼ਰ ਦੇ ਨਾਮ ਜਪਣ ਦੋ ਅਤੇ ਨਿਤ ਨਿਤ ਜਾ ਕੇ ਭਜਨ ਕਰਨ ਦੋ। ਮਨ 'ਚ ਫਲ ਵੀ ਮਿਲਦੇ ਨੇ, ਆਨੰਦ ਵੀ ਮਿਲਦਾ ਹੈ। ਹਾਂ, ਟਾਈਮ ਹੋ ਗਿਆ। ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਨਿਤ ਨਿਤ ਜਾਗਰਣ ਕਰਹੁ, ਸਦਾ ਸਦਾ ਆਨੰਦ ਜਪ ਜਗਦੀਸ਼ੁਰਾ। ਮਨ ਇੱਛੇ ਫਲ ਪਾਵਹੁ, ਸਭੈ ਫਲ ਪਾਵਹੁ। ਧਰਮ ਅਰਥ ਕਾਮ ਮੋਖ ਜਨ ਨਾਨਕ ਹਰਿ ਸਿਉ ਮਿਲੇ, ਹਰਿ ਭਗਤ ਤੋਰਾ। ਤੋਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ